ਹੈਲੋ एवरीवन ਹੋਪ ਯੂ ਆਲ ਆਰ ਵੈਲ। ਸੋ ਪਿਛਲੀਆਂ ਦੋ ਵੀਡੀਓਜ਼ ਜਿਹੜੀਆਂ ਸਾਡੀਆਂ ਸੀ ਪੰਜਾਬ ਐਗਰੀਕਲਚਰ ਦੇ ਵਿੱਚ, ਉਹਦੇ ਵਿੱਚ ਅਸੀਂ ਐਗਰੀਕਲਚਰ ਖੇਤੀਬਾੜੀ ਦੀ ਕਿਵੇਂ ਸਟਾਰਟਿੰਗ ਹੋਈ ਉਹ ਦੇਖੀ। ਫਿਰ ਇੰਡੀਆ ਦੇ ਵਿੱਚ ਐਗਰੀਕਲਚਰ ਨੇ ਕਿਵੇਂ ਤਰੱਕੀ ਕੀਤੀ ਉਹਦੇ ਬਾਰੇ ਡਿਸਕਸ ਕੀਤਾ। ਜੋ ਅੱਜ ਦੀ ਵੀਡੀਓ ਆ ਇਹ ਸਾਡੀ ਬੜੀ ਇੰਪੋਰਟੈਂਟ ਹੈ, ਕਿਉਂਕਿ ਇਹਦੇ ਵਿੱਚ ਅਸੀਂ ਪੰਜਾਬ ਦੀਆਂ ਸੋਇਲ ਬਾਰੇ ਗੱਲ ਕਰਾਂਗੇ। ਪੰਜਾਬ ਵਿੱਚ ਕਿੰਨੇ ਤਰ੍ਹਾਂ ਦੀ ਮਿੱਟੀ ਪਾਈ ਜਾਂਦੀ ਹੈ ਉਹਦੇ ਬਾਰੇ ਗੱਲ ਕਰਾਂਗੇ। ਸੋ ਇਹ ਅਸੀਂ ਡਿਟੇਲ ਵਿੱਚ ਕਰਾਂਗੇ ਸਾਰਾ। ਸੋ ਹੋਪ ਤੁਹਾਨੂੰ ਇਹ ਪਸੰਦ ਆਏਗਾ। ਸੋ ਇੱਕ ਰਿਕੁਐਸਟ ਹੈ ਵੀਡੀਓ ਟੌਪਿਕ ਸਟਾਰਟ ਕਰਨ ਤੋਂ ਪਹਿਲਾਂ ਵੀ ਜੇ ਤਾਂ ਤੁਹਾਨੂੰ ਵੀਡੀਓ ਪਸੰਦ ਆਉਂਦੀ ਆ ਤੁਸੀਂ ਲਾਈਕ ਜ਼ਰੂਰ ਕਰਿਓ, ਸਬਸਕ੍ਰਾਈਬ ਕਰਿਓ। ਜੇ ਵੀਡੀਓ ਪਸੰਦ ਨਹੀਂ ਆਉਂਦੀ ਤੁਸੀਂ ਡਿਸਲਾਈਕ ਕਰਕੇ ਕਮੈਂਟ ਜ਼ਰੂਰ ਕਰਿਓ ਵੀ ਤੁਹਾਨੂੰ ਕੀ ਚੀਜ਼ ਪਸੰਦ ਨਹੀਂ ਆਈ। ਸੋ ਹੁਣ ਅਸੀਂ ਆਪਣਾ ਟੌਪਿਕ ਸਟਾਰਟ ਕਰਦੇ ਹਾਂ। ਸਾਡਾ ਟੌਪਿਕ ਹੈ ਸੋਇਲ ਆਫ ਪੰਜਾਬ। ਪੰਜਾਬ ਵਿੱਚ ਕਿੰਨੇ ਤਰ੍ਹਾਂ ਦੀਆਂ ਸੋਇਲ ਦੇਖਣ ਨੂੰ ਸਾਨੂੰ ਮਿਲਦੀਆਂ ਨੇ। ਸੋ ਅਸੀਂ ਸਟਾਰਟ ਕਰਦੇ ਹਾਂ। ਸੋਇਲ ਇਜ਼ ਆਵਰ ਪ੍ਰਾਈਮ ਨੈਚੁਰਲ ਐਂਡ ਇਕਨੋਮਿਕ ਰਿਸੋਰਸ ਬਿਕੋਜ਼ ਵੀ ਡਰਾਈਵ ਐਵਰੀਥਿੰਗ ਡੈਟ ਵੀ ਨੀਡ ਇਨ ਆਵਰ ਲਾਈਫ ਫਰੋਮ ਇਟ। ਕਹਿੰਦੇ ਸੋਇਲ ਜੋ ਮਿੱਟੀ ਹੈ ਉਹ ਇੱਕ ਨੈਚੁਰਲ ਅਤੇ ਪ੍ਰਾਈਮ ਰਿਸੋਰਸ ਆ, ਕਿਉਂਕਿ ਅਸੀਂ ਲਾਈਫ ਵਿੱਚ ਜੋ ਵੀ ਸਾਡੀਆਂ ਲੋੜਾਂ ਨੇ, ਜੋ ਸਾਨੂੰ ਚਾਹੀਦਾ, ਕਿਸੇ ਨੂੰ ਜਿੰਦੇ ਰਹਿਣ ਲਈ ਸਾਡੀ ਲਾਈਫ ਵਿੱਚ ਚਾਹੀਦਾ, ਅਸੀਂ ਸੋਇਲ ਤੋਂ ਲੈ ਸਕਦੇ ਹਾਂ। ਜਿਵੇਂ ਖੇਤੀਬਾੜੀ ਸੋਇਲ ਤੋਂ ਲੈ ਸਕਦੇ ਹਾਂ। ਹੋਰ ਵੀ ਕਈ ਤਰ੍ਹਾਂ ਦੇ ਮਿਨਰਲਸ ਜਿਹੜੇ ਸਾਨੂੰ ਚਾਹੀਦੇ ਨੇ ਸਾਡੀ ਬੋਡੀ ਨੂੰ, ਅਸੀਂ ਸੋਇਲ ਤੋਂ ਲੈ ਸਕਦੇ ਹਾਂ। ਅਤੇ ਜਿਹੜਾ ਸੋਇਲ ਵਰਡ ਹੈ ਇਹ ਓਰੀਜੀਨੇਟ ਹੋਇਆ ਲੈਟਿਨ ਵਰਡ ਸੋਲਮ ਤੋਂ, ਜਿਹਦਾ ਮੀਨਿੰਗ ਹੁੰਦਾ ਹੈ ਫਲੋਰ। ਸੋ ਇਹਦਾ ਓਰੀਜੀਨੇਸ਼ਨ ਆਫ ਵਰਡ ਕਿੱਥੋਂ ਹੋਇਆ? ਸੋਇਲ ਦਾ ਓਰੀਜੀਨੇਟ ਕਿੱਥੋਂ ਹੋਇਆ? ਸੋਇਲ ਲੈਟਿਨ ਵਰਡ ਸੋਲਮ ਤੋਂ, ਜਿਹਦਾ ਮੀਨਿੰਗ ਹੈ ਫਲੋਰ। ਅਤੇ ਸੋਇਲ ਇਜ਼ ਏ ਨੈਚੁਰਲ ਬੋਡੀ ਆਫ ਮਿਨਰਲਸ ਐਂਡ ਔਰਗੈਨਿਕ ਮਟੀਰੀਅਲਸ। ਕਹਿੰਦੇ ਜੋ ਸੋਇਲ ਹੈ, ਜੋ ਮਿੱਟੀ ਹੈ, ਉਹ ਨੈਚੁਰਲ ਜਿਹੜੇ ਮਿਨਰਲਸ ਹੁੰਦੇ ਨੇ ਅਤੇ ਔਰਗੈਨਿਕ ਮਟੀਰੀਅਲਸ ਨੇ, ਉਹਨਾਂ ਦੀ ਬੋਡੀ ਆ। ਮਤਲਬ ਇਹਦੇ ਵਿੱਚ ਭਾਰੀ ਮਾਤਰਾ ਵਿੱਚ ਮਿਨਰਲਸ ਅਤੇ ਔਰਗੈਨਿਕ ਮਟੀਰੀਅਲ ਪਾਏ ਜਾਂਦੇ ਨੇ, ਜਿਹੜੇ ਕਿ ਫਿਰ ਉਹਦੇ ਅਕੋਰਡਿੰਗ ਹੀ ਸੋਇਲ ਦੀ ਮਤਲਬ ਇਹਨੂੰ ਵੰਡਿਆ ਜਾਂਦਾ ਹੈ। ਸੋਇਲ ਨੂੰ ਅੱਗੇ ਕੈਟੇਗਰਾਈਜ਼ਡ ਕੀਤਾ ਜਾਂਦਾ ਹੈ ਕਾਹਦੇ ਤੌਰ 'ਤੇ? ਉਹਦੇ ਟੈਕਸਚਰ ਦੇ ਤੌਰ 'ਤੇ, ਫਿਰ ਫਿਜ਼ੀਕਲੀ ਮੇਕਅਪ, ਉਹਦੀ ਕੈਮੀਕਲ ਕੰਪੋਜੀਸ਼ਨ ਦੇ ਤੌਰ 'ਤੇ, ਬਾਇਓਲੋਜੀਕਲ ਕਰੈਕਟਰਿਸਟਿਕਸ ਨੂੰ ਵੇਖ ਕੇ ਉਹਨੂੰ ਵੱਖਰੇ ਵੱਖਰੇ ਹਿੱਸਿਆਂ ਵਿੱਚ ਡਿਵਾਈਡ ਕੀਤਾ ਜਾਂਦਾ ਹੈ ਸੋਇਲ ਨੂੰ। ਸੋ ਦੇਅਰ ਆਰ ਮੈਨੀ ਡਿਫਰੈਂਟ ਕਲਾਸੀਫਿਕੇਸ਼ਨ ਆਫ ਸੋਇਲ ਆਫ ਪੰਜਾਬ ਬਾਏ ਡਿਫਰੈਂਟ ਰਿਸੋਰਸਿਸ। ਕਹਿੰਦੇ ਕਈ ਤਰ੍ਹਾਂ ਦੀਆਂ ਹੁਣ ਕਲਾਸੀਫਿਕੇਸ਼ਨਸ ਮਿਲਦੀਆਂ ਨੇ, ਵੱਖਰੀ ਵੱਖਰੀ ਤਰ੍ਹਾਂ ਦੀਆਂ ਪੰਜਾਬ ਦੀ ਮਿੱਟੀ ਦੀਆਂ ਵੱਖਰੀ ਵੱਖਰੀ ਸੋਰਸਿਸ ਤੋਂ। ਸੋ ਹੁਣ ਅਸੀਂ ਇਹ ਮੇਨ ਟੌਪਿਕ 'ਤੇ ਆਉਂਦੇ ਹਾਂ, ਜਿਹੜੀਆਂ ਸੋਇਲਸ ਦੇਖਦੇ ਹਾਂ ਕਿਹੜੀਆਂ ਕਿਹੜੀਆਂ ਨੇ। ਸੋ ਮੇਜਰ ਟਾਈਪਸ ਜਿਹੜੀਆਂ ਅਸੀਂ ਉਹੀ ਇਹਦੇ ਵਿੱਚ ਡਿਸਕਸ ਕਰਨੀਆਂ, ਜਿਹੜੀਆਂ ਸਾਡੇ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਜ਼ਿਆਦਾ ਇੰਪੋਰਟੈਂਟ ਨੇ। ਸੋ ਸਭ ਤੋਂ ਪਹਿਲਾਂ ਹੈ ਫਲੱਡ ਪਲੇਨ ਔਰ ਬੈਟ ਸੋਇਲ। ਹੁਣ ਫਲੱਡ ਪਲੇਨ ਔਰ ਬੈਟ ਸੋਇਲ, ਜਿਵੇਂ ਕਿ ਸਾਨੂੰ ਨਾਮ ਤੋਂ ਹੀ ਕਲੀਅਰ ਹੋ ਰਿਹਾ ਹੈ, ਜਿਹੜੀਆਂ ਕਿਸੇ ਨਾ ਕਿਸੇ ਤਰ੍ਹਾਂ ਹੜ੍ਹ ਨਾਲ, ਫਲੱਡ ਨਾਲ ਰਿਲੇਟਡ ਜ਼ਮੀਨਾਂ ਹੁੰਦੀਆਂ ਨੇ, ਉਹਨਾਂ ਨੂੰ ਅਸੀਂ ਫਲੱਡ ਪਲੇਨ ਅਤੇ ਬੈਟ ਸੋਇਲ ਕਹਿੰਦੇ ਹਾਂ। ਸੋ ਫਲੱਡ ਪਲੇਨ ਔਰ ਬੈਟ ਸੋਇਲਸ ਆਰ ਖੱਦਰ ਸੋਇਲਸ ਆਫ ਦੀ ਪੀਰੀਓਡਿਕਲੀ ਫਲੱਡਡ ਔਰ ਫਲੱਡ ਪਲੇਨਸ ਏਰੀਆਜ਼ ਆਫ ਵੇਰੀਅਸ ਰਿਵਰ ਸਟਰੀਮਸ ਐਂਡ ਕੋਜ਼ ਆਫ ਦੀ ਸਟੇਟ। ਕਹਿੰਦੇ ਉਹ ਜ਼ਮੀਨਾਂ ਜਿੱਥੇ ਕਿਸੇ ਨਾ ਕਿਸੇ ਸਮੇਂ ਹੜ੍ਹ ਆਇਆ ਹੋਵੇ ਅਤੇ ਜਾਂ ਕਿਤੇ ਕਿਸੇ ਨਾ ਕਿਸੇ ਤਰੀਕੇ ਨਾਲ ਹੜ੍ਹ ਦੇ ਨਾਲ ਸੰਬੰਧਿਤ ਹੋਣ, ਅਤੇ ਉਹ ਜ਼ਮੀਨਾਂ ਨੂੰ ਅਸੀਂ ਫਲੱਡ ਪਲੇਨ ਜਾਂ ਬੈਟ ਸੋਇਲ ਕਹਿੰਦੇ ਹਾਂ। ਦੇ ਆਰ ਫਾਊਂਡ ਇਨ ਦਾ ਫੋਰਮ ਆਫ ਇਨਲੋਗੇਟਡ ਬੈਲਟਸ ਆਫ ਬੋਥ ਸਾਈਡਸ ਆਫ ਰਿਵਰ। ਇਹ ਕਹਿੰਦੇ ਰਿਵਰ ਦੇ ਬੋਥ ਸਾਈਡ 'ਤੇ ਮਿਲਦੀਆਂ ਨੇ, ਇੱਕ ਬੈਲਟ ਦੀ ਤਰ੍ਹਾਂ, ਮਤਲਬ ਇੱਕ ਲੰਬਾਈ 'ਚ ਜ਼ਮੀਨਾਂ ਮਿਲਦੀਆਂ ਨੇ। ਜਿਵੇਂ ਕਿ ਸਤਲੁਜ, ਰਾਵੀ ਅਤੇ ਬਿਆਸ ਅਤੇ ਘੱਗਰ, ਇਹਦੇ ਆਲੇ ਦੁਆਲੇ ਜ਼ਮੀਨ ਵੇਖਣ ਨੂੰ ਮਿਲਦੀ ਆ। ਸੋ ਇਹ ਬੜੀ ਉਪਜਾਊ ਹੁੰਦੀ, ਕਿਉਂਕਿ ਜਿਹੜੇ ਹੜ੍ਹ ਆਉਂਦੇ ਨੇ ਉਹਦੇ ਨਾਲ ਕਈ ਤਰ੍ਹਾਂ ਦੇ ਮਿਨਰਲ, ਕਈ ਤਰ੍ਹਾਂ ਦੀਆਂ ਚੀਜ਼ਾਂ ਉਹ ਆਪਣੇ ਨਾਲ ਵਹਾ ਕੇ ਲਿਆਉਂਦੇ ਨੇ। ਫਿਰ ਜਿੱਥੇ ਇਹ ਇਕੱਠੀਆਂ ਹੁੰਦੀਆਂ ਨੇ, ਡਿਪੋਜ਼ਿਟ ਹੁੰਦੀਆਂ ਨੇ, ਉੱਥੋਂ ਫਿਰ ਇਹ ਕਿਹਦਾ ਨਿਰਮਾਣ ਕਰਦੀਆਂ ਨੇ? ਬੈਟ ਸੋਇਲ ਦਾ, ਫਲੱਡਡ ਪਲੇਨ ਦਾ ਨਿਰਮਾਣ ਕਰਦੀਆਂ ਨੇ। ਸੋ ਆਂਦੇ ਵੀ ਇਹਦਾ ਕਲਰ ਕਿਹੜਾ ਹੁੰਦਾ ਹੈ। ਹੁਣ ਇਹ ਇੰਪੋਰਟੈਂਟ ਫੈਕਟ ਜ਼ਰੂਰ ਅਸੀਂ ਦੇਖਣੇ ਆ। ਇਹ 'ਚ ਫੈਕਟ ਕੀ ਆ ਰਿਹਾ? ਪਹਿਲਾਂ ਬੈਟ ਸੋਇਲ ਯੈਲੋਇਸ਼ ਕਲਰ ਦੀ ਹੁੰਦੀ ਹੈ, ਯੈਲੋਇਸ਼ ਬਰਾਊਨ ਕਲਰ ਹੁੰਦਾ ਹੈ ਇਹਦਾ ਬੈਟ ਸੋਇਲ ਦਾ। ਦਾ ਸੋਇਲ ਆਰ ਵੈਰੀ ਡਰੇਨਡ, ਵੈਰੀ ਡੀਪ ਐਂਡ ਵੈਰੀ ਇਨ ਟੈਕਸਚਰ ਐਂਡ ਦੀਜ਼ ਹੈਵ ਜਨਰਲੀ ਲੋ ਐਂਡ ਇਰੈਗੂਲਰ ਔਰਗੈਨਿਕ ਮੈਟਰ। ਕਹਿੰਦੇ ਵੀ ਜੋ ਇਹ ਸੋਇਲ ਹੈ ਇਹਦਾ ਕਲਰ ਹੁੰਦਾ ਹੈ ਯੈਲੋਇਸ਼ ਬਰਾਊਨ, ਅਤੇ ਜਿਹੜੀ ਸੋਇਲ ਹੈ ਡਰੇਨਡ ਡੀਪ ਅਤੇ ਬੜੀ ਵੈਰੀ ਕਰਦੀ, ਮਤਲਬ ਬਦਲਦੀ ਰਹਿੰਦੀ, ਇਹਦਾ ਟੈਕਸਚਰ ਬਦਲਦਾ ਰਹਿੰਦਾ ਆ। ਅਤੇ ਇਹਦੇ ਵਿੱਚ ਸਾਨੂੰ ਲੋ ਅਤੇ ਇਰੈਗੂਲਰ, ਮਤਲਬ ਰੈਗੂਲਰ ਔਰਗੈਨਿਕ ਮੈਟਰ ਨਹੀਂ ਮਿਲਦਾ, ਕਿਤੇ ਔਰਗੈਨਿਕ ਮੈਟਰ ਜ਼ਿਆਦਾ ਮਿਲਦਾ, ਕਿਤੇ ਘੱਟ ਮਿਲਦਾ। ਸੋ ਇਰੈਗੂਲਰ ਆ।
So depending upon the source of alluvium, the soils are calcareous and non-calcareous. There is a wide belt of more mature bed soil of old floodplain extending along the west bank of river Satluj from Roped ਟਾਊਨ ਤੋਂ ਫਾਜ਼ਿਲਕਾ ਟਾਊਨ ਇਨ ਦਾ ਸਾਊਥ ਵੈਸਟ। ਸੋ ਇਹਦੇ ਵਿੱਚ ਜਿਹੜੀ ਮੇਨ ਚੀਜ਼ ਅਸੀਂ ਯਾਦ ਰੱਖਣੀ ਹੈ, ਇੱਕ ਉਹਦਾ ਕਲਰ ਰੱਖਣਾ ਹੈ, ਅਤੇ ਇੱਕ ਇਹ ਕਿੱਥੇ ਮਿਲਦੀ ਹੈ, ਕਿੱਥੇ ਪਾਈ ਜਾਂਦੀ ਆ। ਸੋ ਇਹ ਰਿਵਰ ਦੇ ਆਲੇ ਦੁਆਲੇ ਪਾਈ ਜਾਂਦੀ ਜਾਂ ਰਿਵਰ ਦੀ ਇੱਕ ਲੈਫਟ ਸਾਈਡ ਜਾਂ ਰਾਈਟ ਸਾਈਡ 'ਤੇ ਪਾਈ ਜਾਂਦੀ ਆ। ਸੋ ਜੋ ਸਾਡੀ ਮੇਨ ਸਾਡੀ ਬੈਡ ਸੋਇਲ ਪਾਈ ਜਾਂਦੀ ਆ ਉਹ ਰਿਵਰ ਸਤਲੁਜ ਫਰੋਮ ਰੋਪੜ ਟਾਊਨ ਤੋਂ ਫਾਜ਼ਿਲਕਾ ਟਾਊਨ ਅਤੇ ਸਾਊਥ ਵੈਸਟ 'ਤੇ ਇਹਦੇ 'ਤੇ ਪਾਈ ਜਾਂਦੀ ਹੈ। ਸੋ ਇਹ ਚੀਜ਼ਾਂ ਯਾਦ ਰੱਖਣੀਆਂ। ਸੋ ਇਹਦੇ ਵਿੱਚ ਅੱਗੇ ਹੈ, ਸੋ ਨੈਕਸਟ ਇਹਦੇ ਵਿੱਚ ਜੋ ਇੰਪੋਰਟੈਂਟ ਚੀਜ਼ ਅਸੀਂ ਯਾਦ ਰੱਖਣੀ ਆ ਉਹ ਹੈ ਇਹ ਸੋਇਲ ਜਿਹੜੀ ਹੈ ਬੈਟ ਅਤੇ ਫਲੱਡ ਪਲੇਨ ਸੋਇਲ, ਇਹ ਪੈਡੀ ਮਤਲਬ ਰਾਈਸ ਅਤੇ ਵੀਟ ਦੀ ਅਤੇ ਸ਼ੂਗਰ ਕੇਨ ਅਤੇ ਵੈਜੀਟੇਬਲਸ ਦੀ ਖੇਤੀ ਵਾਸਤੇ ਬੜੀ ਉਪਜਾਊ ਆ। ਕਿਹੜੀ ਸੋਇਲ? ਬੈਟ ਸੋਇਲ ਜਾਂ ਫਲੱਡ ਪਲੇਨ ਸੋਇਲ। ਸੋ ਇਹ ਚੀਜ਼ ਯਾਦ ਰੱਖਣੀ ਹੈ, ਫੈਕਟ ਜੋ ਤੁਸੀਂ ਨਾਲ ਨਾਲ ਨੋਟ ਕਰੀ ਜਾਇਓ, ਚਾਹੇ ਇਹਨਾਂ ਨੂੰ ਆਪਣੇ ਦਿਮਾਗ ਵਿੱਚ ਫੀਡ ਕਰੀ ਜਾਇਓ। ਸੋ ਨੈਕਸਟ ਸਾਡੇ ਕੋਲ ਆਉਂਦੀ ਆ ਲੋਮੀ ਸੋਇਲ। ਹੁਣ ਲੋਮੀ ਸੋਇਲ ਦੀ ਇਹ ਫੋਟੋ ਆ, ਤੁਸੀਂ ਇਹਨੂੰ ਧਿਆਨ ਨਾਲ ਦੇਖ ਲਓ। ਇਸ ਤਰ੍ਹਾਂ ਦੀ ਸੋਇਲ ਜਿਹੜੀ ਹੁੰਦੀ ਆ ਲੋਮੀ ਸੋਇਲ ਹੁੰਦੀ ਆ। ਸੋ ਇਸ ਤਰ੍ਹਾਂ ਦੀ ਸੋਇਲ ਲੋਮੀ ਸੋਇਲ ਹੁੰਦੀ ਆ। ਇਟ ਇਜ਼ ਦਾ ਮੋਸਟ ਇੰਪੋਰਟੈਂਟ ਫਰਟਾਈਲ ਐਂਡ ਪ੍ਰੋਡਕਟਿਵ ਸੋਇਲ ਗਰੁੱਪ ਆਫ ਦੀ ਸਟੇਟ। ਸਭ ਤੋਂ ਇੰਪੋਰਟੈਂਟ ਅਤੇ ਸਭ ਤੋਂ ਫਰਟਾਈਲ ਮਤਲਬ ਸਭ ਤੋਂ ਉਪਜਾਊ ਜਿਹੜੀ ਜ਼ਮੀਨ ਆ ਪੰਜਾਬ ਦੀ, ਸਾਡੀ ਸਟੇਟ ਦੀ, ਉਹ ਕਿਹੜੀ ਆ? ਲੋਮੀ ਸੋਇਲ। ਇਹ ਤੁਸੀਂ ਫੈਕਟ ਜਾਇਜ਼ ਰੱਖਣਾ, ਤੁਹਾਨੂੰ ਪੁੱਛਿਆ ਜਾ ਸਕਦਾ ਪੰਜਾਬ ਦੀ ਸਟੇਟ ਦੀ ਸਭ ਤੋਂ ਫਰਟਾਈਲ ਅਤੇ ਪ੍ਰੋਡਕਟਿਵ ਸੋਇਲ ਕਿਹੜੀ ਆ। ਸੋ ਉਹ ਕਿਹੜੀ ਹੈ? ਲੋਮੀ ਸੋਇਲ। ਇਟ ਇਜ਼ ਦਾ ਪ੍ਰੀਡੋਮੀਨੈਂਟ ਸੋਇਲ ਸਪੈਸ਼ਲੀ ਆਫ ਨਵਾਂਸ਼ਹਿਰ ਡਿਸਟ੍ਰਿਕਟ। ਨਵਾਂਸ਼ਹਿਰ ਦੇ ਵਿੱਚ ਸਭ ਤੋਂ ਜ਼ਿਆਦਾ ਇਹ ਮਿਲਦੀ ਹੈ ਸੋਇਲ, ਕਿਹੜੀ? ਸਾਡੀ ਲੋਮੀ ਸੋਇਲ। ਸੋ ਜਾਂ ਫਿਰ ਨਕੋਦਰ ਤਹਿਸੀਲ ਦੇ ਜਿਹੜੇ ਕੁਝ ਪਾਰਟਸ ਲਾਰਜਰ ਪਾਰਟਸ ਵਿੱਚ ਇਹ ਮਿਲਦੀ ਆ, ਜਲੰਧਰ ਡਿਸਟ੍ਰਿਕਟ ਵਿੱਚ, ਜਾਂ ਫਗਵਾੜਾ ਅਤੇ ਸੈਂਟਰਲ ਕਪੂਰਥਲਾ ਦੇ ਵਿੱਚ ਮਿਲਦੀ ਆ। ਤੁਸੀਂ ਇਹ ਚੀਜ਼ਾਂ ਯਾਦ ਰੱਖਿਆ, ਨਵਾਂ ਸ਼ਹਿਰ ਵਿੱਚ ਸਭ ਤੋਂ ਜ਼ਿਆਦਾ ਮਿਲਦੀ ਆ, ਫਿਰ ਕੁਝ ਲਾਰਜਰ ਪਾਰਟ ਆਫ ਨਕੋਦਰ ਤਹਿਸੀਲ ਦੇ ਵਿੱਚ ਮਿਲਦੀ ਹੈ ਜੋ ਕਿ ਜਲੰਧਰ 'ਚ ਪੈਂਦੀ ਆ, ਅਤੇ ਫਗਵਾੜਾ ਅਤੇ ਸੈਂਟਰਲ ਕਪੂਰਥਲਾ ਦੇ ਵਿੱਚ ਵੀ ਇਹਦੀ ਮਤਲਬ ਜ਼ਿਆਦਾ ਜ਼ਮੀਨ ਵੇਖਣ ਨੂੰ ਮਿਲਦੀ ਆ, ਲੋਮੀ ਸੋਇਲ ਵੇਖਣ ਨੂੰ ਮਿਲਦੀ ਆ। ਅਤੇ ਹੁਣ ਮਾਲਵਾ ਪਲੇਨ ਦੀ ਗੱਲ ਕਰੀਏ ਤਾਂ ਲੋਮੀ ਸੋਇਲ ਹੈਵ ਏ ਲਾਰਜ ਕਵਰੇਜ ਇਨ ਵੈਸਟਰਨ ਪਟਿਆਲਾ ਤਹਿਸੀਲ। ਪਟਿਆਲੇ ਦੇ ਵੈਸਟ ਦੇ ਵਿੱਚ ਵੀ ਇਹਦੀ ਮਾਤਰਾ ਜ਼ਿਆਦਾ ਹੁੰਦੀ ਹੈ, ਲੋਮੀ ਸੋਇਲ ਜ਼ਿਆਦਾ ਵੇਖਣ ਨੂੰ ਮਿਲਦੀ ਹੈ। ਨਾਭਾ ਏਰੀਆ, ਸੰਗਰੂਰ ਏਰੀਆ, ਸਾਊਥਰਨ ਮੋਗਾ ਡਿਸਟ੍ਰਿਕਟ, ਸੋਮ ਪੈਚਿਸਨ ਮੁਕਤਸਰ ਏਰੀਆ ਅਤੇ ਬਠਿੰਡਾ ਡਿਸਟ੍ਰਿਕਟ। ਅਤੇ ਪਲੇਨ ਦੀ ਅਸੀਂ ਮਾਲਵਾ ਪਲੇਨ ਦੀ ਗੱਲ ਕਰੀਏ, ਪਟਿਆਲਾ, ਨਾਭਾ, ਸੰਗਰੂਰ, ਸਾਊਥਰਨ ਮੋਗਾ ਅਤੇ ਕੁਝ ਮੁਕਤਸਰ ਅਤੇ ਬਠਿੰਡੇ ਦੇ ਵਿੱਚ ਵੀ ਵੇਖਣ ਨੂੰ ਮਿਲਦੀ ਆ। ਸੋ ਮੇਨ ਚੀਜ਼ ਜਿਹੜੀ ਯਾਦ ਰੱਖਣੀ ਹੈ, ਫੈਕਟ ਸਭ ਤੋਂ ਪ੍ਰੋਡਕਟਿਵ ਸੋਇਲ ਆ ਅਤੇ ਸਭ ਤੋਂ ਜ਼ਿਆਦਾ ਨਵਾਂ ਸ਼ਹਿਰ ਵਿੱਚ, ਨਕੋਦਰ ਵਿੱਚ ਇਹ ਵੇਖਣ ਨੂੰ ਮਿਲਦੀ ਆ। ਸੋ ਦੀਸ ਸੋਇਲ ਕਵਰ ਨੀਅਰਲੀ 25 ਏਰੀਆ ਆਫ ਦੀ ਸਟੇਟ। ਸੋ ਫੇਰ ਫੈਕਟ ਆ ਗਿਆ ਸਟੂਡੈਂਟਸ। ਸੋ 25% ਜੋ ਸਾਡਾ ਏਰੀਆ ਸਟੇਟ ਦਾ ਆ, ਉੱਥੇ ਸੋਇਲ ਕਿਹੜੀ ਆ? ਇਹ ਲੋਮੀ ਸੋਇਲ ਦੇਖਣ ਨੂੰ ਮਿਲਦੀ ਆ। ਇਨ ਟੈਕਸੋਨੋਮੀ ਕਲਾਸੀਫਿਕੇਸ਼ਨ ਦੇਅਰ ਆਰ ਓਸਟੋਕ੍ਰੈਪਿਟ ਆਫ ਓਸਟਿਕ ਜ਼ੋਨ ਆਫ ਪੰਜਾਬ। ਦਾ ਸੋਇਲ ਬਿਕਮ ਕਲੇ ਟੂਵਰਡਸ ਨੌਰਥ ਵੈਸਟ ਇਨ ਅੰਮ੍ਰਿਤਸਰ ਐਂਡ ਗੁਰਦਾਸਪੁਰ। ਕਹਿੰਦੇ ਸੋਇਲ ਜਿਹੜੀ ਆ ਇਹ ਜਦੋਂ ਅਸੀਂ ਨੌਰਥ ਵੱਲ ਨੂੰ ਜਾਂਦੇ ਹਾਂ, ਅੰਮ੍ਰਿਤਸਰ ਅਤੇ ਗੁਰਦਾਸਪੁਰ ਜ਼ਿਲ੍ਹੇ ਵੱਲ ਜਾਂਦੇ ਹਾਂ, ਤਾਂ ਇਹ ਕਲੇਈ ਹੁੰਦੀ ਜਾਂਦੀ ਆ। ਮਤਲਬ ਕਲੇਈ ਅਸੀਂ ਅੱਗੇ ਡਿਸਕਸ ਕਰਾਂਗੇ ਕਲੇਈ ਕਿਹੜੀ ਹੁੰਦੀ ਆ। ਹੁਣ ਅਸੀਂ ਇਹਦੇ ਵਿੱਚ ਕੁਝ ਹੋਰ ਫੈਕਟ ਦੇਖਦੇ ਹਾਂ ਇਹਦੇ ਬਾਰੇ। These are deep and fine grained soil which have developed under submerged and cool to warm temperature climate। ਹੁਣ ਇਹਦੇ ਵਿੱਚ ਜਿਹੜੀ ਯਾਦ ਰੱਖਣ ਵਾਲੀ ਚੀਜ਼ ਆ ਉਹ ਹੈ pH ਵੈਲਿਊ। ਕਹਿੰਦੇ ਦਾ pH ਵੈਲਿਊ ਡਿਕਰੀਜ਼ਿੰਗ ਨੀਅਰ ਦਾ ਸਰਫੇਸ ਫਰੋਮ 8.0 to 7.8 ਇਨ ਬੀ ਹੋਰੀਜ਼ਨ। ਸੋ ਇਹ ਸਾਡੀ ਜਿਹੜੀ ਸਭ ਤੋਂ ਇੰਪੋਰਟੈਂਟ ਸੋਇਲ ਹੈ ਕਿਹੜੀ? ਲੋਮੀ ਸੋਇਲ। ਡਿਊ ਟੂ ਫਲੱਡਿੰਗ ਬਾਈ ਕੋਜ਼ ਐਂਡ rivulets and excessive irrigation, the soil become partly salt affected or sodic in western ਅੰਮ੍ਰਿਤਸਰ ਜ਼ਿਲ੍ਹੇ 'ਚ। ਕਹਿੰਦੇ ਕੀ ਹੁੰਦਾ ਹੈ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ, ਕਹਿੰਦੇ ਜਾਂ ਵੈਸਟ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਇਹ ਕੁਝ ਅਫੈਕਟ ਹੋ ਗਈ ਜਦੋਂ ਇਰੀਗੇਸ਼ਨ ਸੋਇਲ ਬਿਕਮ ਸਾਲਟੀ, ਮਤਲਬ ਇਹਦੇ ਵਿੱਚ ਲੂਣ ਦੀ ਮਾਤਰਾ ਵੱਧ ਗਈ, ਉਹਨੂੰ ਕਹਿੰਦੇ ਆ ਸਾਲਟ ਅਫੈਕਟਡ। ਜਿਹਦੇ ਵਿੱਚ ਲੂਣ ਦੀ ਮਾਤਰਾ ਥੋੜ੍ਹੀ ਵੱਧ ਜੇ ਉਹਨੂੰ ਕਹਿੰਦੇ ਆ ਸਾਲਟ ਅਫੈਕਟਡ। ਸੋ ਅੰਮ੍ਰਿਤਸਰ ਜ਼ਿਲ੍ਹੇ ਦੀ ਗੱਲ ਆ ਵੀ ਜਦੋਂ ਫਲੱਡ ਕੁਝ ਇੱਥੇ ਆਏ ਅਤੇ ਉਹਦੇ ਕਰਕੇ ਥੋੜ੍ਹੀ ਲੂਣੀ ਜ਼ਮੀਨ ਹੋ ਗਈ। ਦੀ ਸੋਇਲ ਆਰ ਕਲਟੀਵੇਟਡ ਫॉर ਵੀਟ। ਉਹੀ ਸੇਮ ਚੀਜ਼
ਵੀਟ ਵਾਸਤੇ ਤੇ ਪੈਡੀ ਕ੍ਰੌਪ ਵਾਸਤੇ ਇਹ ਜ਼ਿਆਦਾ ਲਾਭਦਾਇਕ ਹੈ। ਕਿਹੜੀ ਜ਼ਮੀਨ? ਲੋਮੀ ਸੋਇਲ। ਜਿਵੇਂ ਕਿ ਅਸੀਂ ਇਹ ਦੇਖਿਆ, ਜਿਵੇਂ ਉੱਪਰਲੀ ਅਸੀਂ ਪੜ੍ਹਿਆ ਸੀ, ਉੱਪਰਲੀ ਕਿਹੜੀ ਸੀ ਸਾਡੇ ਕੋਲ? ਫਲੱਡ ਬੈਟ। ਇਹ ਕਾਹਦੇ ਵਾਸਤੇ ਜ਼ਿਆਦਾ ਉਪਜਾਊ ਮਤਲਬ ਸੀਗੀ? ਪੈਡੀ, ਵੀਟ, ਸ਼ੂਗਰਕੇਨ। ਅਤੇ ਜਿਹੜੀ ਲੋਮੀ ਸੋਇਲ ਆ ਇਹ ਕਾਹਦੇ ਵਾਸਤੇ ਆ? ਚਾਵਲ ਦੀ ਖੇਤੀ ਵਾਸਤੇ, ਜਿਹਨੂੰ ਅਸੀਂ ਝੋਨਾ ਕਹਿੰਦੇ ਹਾਂ, ਅਤੇ ਕਣਕ ਵਾਸਤੇ ਸਾਡੀ ਲੋਮੀ ਸੋਇਲ ਬੈਸਟ ਆ। ਠੀਕ ਹੈ ਜੀ। ਹੁਣ ਅਸੀਂ ਆਉਂਦੇ ਹਾਂ ਅੱਗੇ। ਸੋ ਇਹਦੇ ਵਿੱਚ ਫੈਕਟ ਤੁਸੀਂ ਯਾਦ ਰੱਖਣੇ ਆ। ਜੋ 25% ਏਰੀਆ ਸਭ ਤੋਂ ਪ੍ਰੋਡਕਟਿਵ ਨਵਾਂ ਸ਼ਹਿਰ ਵਿੱਚ ਸਭ ਤੋਂ ਜ਼ਿਆਦਾ, ਅਤੇ ਉਸ ਤੋਂ ਬਾਅਦ ਨਕੋਦਰ ਤਹਿਸੀਲ ਜਲੰਧਰ ਦੇ ਵਿੱਚ। ਠੀਕ ਹੈ ਜੀ। ਬਾਕੀ ਇਹ ਕਲੇਈ ਹੁੰਦੀ ਜਾਂਦੀ ਆ ਅੰਮ੍ਰਿਤਸਰ ਅਤੇ ਗੁਰਦਾਸਪੁਰ ਵੱਲ ਨੂੰ, ਅਤੇ ਗੁਰਦਾਸਪੁਰ ਅੰਮ੍ਰਿਤਸਰ ਦੇ ਵਿੱਚ ਕੀ ਆ? ਥੋੜ੍ਹੀ ਸੋਇਲੀ ਆ, ਮਤਲਬ ਸੈਂਡੀ ਆ, ਵੀ ਇਹਦੇ ਵਿੱਚ ਥੋੜ੍ਹਾ ਸਾਲਟ, ਮਤਲਬ ਸਾਲਟੀ ਹੋ ਗਈ, ਕਿਉਂਕਿ ਇਹਦੇ 'ਚ ਕੁਝ ਫਲੱਡ ਆਏ ਅਤੇ ਉਹਦੇ ਕਾਰਨ ਇਹਦੇ ਵਿੱਚ ਹੁਣ pH ਵੈਲਿਊ ਜੋ ਇਹਦੀ ਹੈ ਉਹ ਡਿਕਰੀਜ਼ਿੰਗ ਕਰਦੀ ਜਾਂਦੀ ਆ ਜਦੋਂ ਅਸੀਂ ਬੀਹੋ ਰੀਜਨ ਵੱਲ ਨੂੰ ਜਾਂਦੇ ਹਾਂ। 8.0 ਤੋਂ 7.8 ਤੱਕ ਚਲ ਜਾਂਦੀ ਆ। ਸੋ ਹੁਣ ਸਾਡੇ ਕੋਲ ਹੈ ਸੈਂਡੀ ਸੋਇਲ, ਅਤੇ ਆਹ ਫੋਟੋ ਜੇ ਸੈਂਡੀ ਸੋਇਲ ਦੀ। ਸੋ ਇਹ ਧਿਆਨ ਨਾਲ ਦੇਖ ਲਓ, ਸੈਂਡੀ ਸੋਇਲ। ਅਤੇ ਇਹ ਹੁਣ ਅਸੀਂ ਡਿਸਕਸ ਕਰਦੇ ਹਾਂ ਸੈਂਡੀ ਸੋਇਲ ਕਿਵੇਂ ਦੀ ਹੁੰਦੀ ਹੈ, ਕੀ ਹੁੰਦਾ ਇਹਦੇ 'ਚ। ਸੋ ਇਹਨੂੰ ਕੀ ਕਹਿੰਦੇ ਆ? ਦੀਸ ਆਰ ਐਰਿਡ ਸੋਇਲ ਆਫ ਸਾਊਥ ਵੈਸਟਰਨ ਅਤੇ ਸਾਊਥ ਸੈਂਟਰਲ ਪੰਜਾਬ, ਕਵਰਿੰਗ ਦੀ ਡਿਸਟ੍ਰਿਕਟਸ ਆਫ ਬਠਿੰਡਾ, ਮਾਨਸਾ, ਸਾਊਥਰਨ ਪਾਰਟਸ ਆਫ ਫਿਰੋਜ਼ਪੁਰ, ਮੁਕਤਸਰ ਡਿਸਟ੍ਰਿਕਟ, ਅਤੇ ਲਾਰਜਰ ਪਾਰਟਸ ਆਫ ਸੰਗਰੂਰ, ਸਾਊਥ ਸੈਂਟਰਲ ਪਾਰਟਸ ਆਫ ਪਟਿਆਲਾ ਡਿਸਟ੍ਰਿਕਟ, ਸਮ ਪੈਚਿਸ ਆਫ ਲੁਧਿਆਣਾ ਡਿਸਟ੍ਰਿਕਟ। ਇਹਦੇ ਵਿੱਚ ਕਹਿੰਦੇ ਨੇ ਵੀ ਇਹ ਐਰਿਡ ਸੋਇਲ ਆ। ਪੰਜਾਬ ਦੀ ਐਰਿਡ ਸੋਇਲ ਕਿਹੜੀ ਆ? ਇਹ ਸੈਂਡੀ ਸੋਇਲ। ਇਹਦੇ ਵਿੱਚ ਕੀ ਹੈ, ਕਿੱਥੇ ਕਿੱਥੇ ਮਿਲਦੀ ਆ? ਸਾਊਥ ਵੈਸਟਰਨ ਅਤੇ ਸਾਊਥ ਸੈਂਟਰਲ ਪੰਜਾਬ ਦੇ ਵਿੱਚ। ਅਤੇ ਕਿਹੜੇ ਕਿਹੜੇ ਜ਼ਿਲ੍ਹਿਆਂ ਨੂੰ ਕਵਰ ਕਰਦੀ ਆ ਇਹ? ਬਠਿੰਡਾ, ਮਾਨਸਾ, ਸਾਊਥਰਨ ਪਾਰਟਸ ਆਫ ਫਿਰੋਜ਼ਪੁਰ, ਮੁਕਤਸਰ ਡਿਸਟ੍ਰਿਕਟ, ਅਤੇ ਸੰਗਰੂਰ ਦੇ ਵੱਡੇ ਹਿੱਸੇ ਵਿੱਚ, ਅਤੇ ਸਾਊਥ ਅਤੇ ਕੁਝ ਪਟਿਆਲਾ ਜ਼ਿਲ੍ਹੇ ਦੇ ਵਿੱਚ ਵੀ ਵੇਖਣ ਨੂੰ ਮਿਲਦੀ ਹੈ, ਸੈਂਟਰਲ ਪਟਿਆਲੇ ਦੇ ਵਿੱਚ, ਅਤੇ ਕੁਝ ਹਿੱਸੇ ਲੁਧਿਆਣੇ ਦੇ ਵਿੱਚ ਵੀ ਵੇਖਣ ਨੂੰ ਮਿਲਦੀ ਹੈ ਸੈਂਡੀ ਸੋਇਲ। ਸੋ ਅੱਗੇ ਹੈ, ਦੀਸ ਸੋਇਲ ਹੈਵ ਡਿਵੋਲਵਡ ਅੰਡਰ ਸੈਮੀ ਐਰਿਡ ਵਾਰਮ ਟੂ ਹੌਟ ਕਲਾਈਮੇਟ ਕੰਡੀਸ਼ਨ ਵਿਦ ਰੇਨਫਾਲ ਰੇਂਜਿੰਗ ਫਰੋਮ 30 to 50 ਸੈਂਟੀਮੀਟਰ। ਸੋ ਇਹਦੇ 'ਚ ਕੀ ਕਹਿੰਦੇ ਆ? ਇਹ ਸੈਮੀ ਐਰਿਡ ਅਤੇ ਵਾਰਮ ਟੂ ਹੌਟ ਕਲਾਈਮੇਟ ਕੰਡੀਸ਼ਨ ਦੇ ਵਿੱਚ ਡਿਵੋਲਪ ਹੋਈ ਹੈ ਸੋਇਲ। ਕਾਹਦੇ ਵਿੱਚ? ਸੈਮੀ ਐਰਿਡ ਅਤੇ ਵਾਰਮ ਟੂ ਹੌਟ, ਮਤਲਬ ਜ਼ਿਆਦਾ ਗਰਮੀ ਕੰਡੀਸ਼ਨ ਵਾਲੇ ਮੌਸਮ ਦੇ ਵਿੱਚ ਇਹ ਡਿਵੋਲਪਮੈਂਟ ਹੋਈ, ਜਿੱਥੇ ਕਿ ਰੇਨਫਾਲ ਕਿੱਥੋਂ ਤੱਕ ਹੁੰਦੀ ਆ? 50 ਸੈਂਟੀਮੀਟਰ, 30 ਸੈਂਟੀਮੀਟਰ ਤੋਂ 50 ਸੈਂਟੀਮੀਟਰ ਤੱਕ। ਸੋ ਇਹ ਚੀਜ਼ ਵੀ ਤੁਸੀਂ ਯਾਦ ਰੱਖ ਸਕਦੇ ਹੋ, ਜਿਵੇਂ ਕਿ 30 ਤੋਂ 50 ਸੈਂਟੀਮੀਟਰ ਤੱਕ ਰੇਨਫਾਲ ਹੁੰਦੀ ਹੈ ਕਿਹਦੇ ਵਿੱਚ? ਸਾਡੀ ਸੈਂਡੀ ਸੋਇਲ ਦੇ ਵਿੱਚ। ਸੋ ਹੁਣ ਇਹਦਾ ਕਲਰ ਕਹਿੰਦੇ ਜੈਲੋਇਸ਼ ਟੂ ਗ੍ਰੇ, ਜੈਲੋ ਤੋਂ ਗ੍ਰੇ ਕਲਰ ਹੋ ਸਕਦਾ ਇਹਦਾ। ਅਤੇ ਦਾ ਓਵਰਆਲ ਗ੍ਰੇ ਕਲਰ ਰਿਫਲੈਕਟ ਦਾ ਡੈਫੀਸ਼ੀਐਂਸੀ ਆਫ ਔਰਗੈਨਿਕ ਮੈਟਰ। ਇਹਦਾ ਗ੍ਰੇ ਕਲਰ ਇਹਦਾ ਕਿਉਂ ਹੁੰਦਾ? ਹੁਣ ਇਹ ਫੈਕਟ ਆ, ਇਹ ਯਾਦ ਰੱਖਣ ਵਾਲੀ ਚੀਜ਼ ਜਿਹਦੇ ਤੋਂ ਕੁਐਸਚਨ ਬਣ ਸਕਦੇ ਨੇ, ਕਿਉਂਕਿ ਅਸੀਂ ਫੈਕਟ ਦੇਖਣੇ। ਸਾਡਾ ਪੇਪਰ 'ਚ ਜੋ ਕੁਐਸਚਨ ਆਉਣੇ ਨੇ ਉਹ ਫੈਕਟ ਬੇਸਡ ਆਉਣੇ ਨੇ। ਸੋ ਫੈਕਟ ਅਸੀਂ ਜ਼ਰੂਰ ਯਾਦ ਰੱਖਣੇ। ਇਹਦਾ ਕਲਰ ਹੁੰਦਾ ਜੈਲੋ ਤੋਂ ਗ੍ਰੇ, ਅਤੇ ਗ੍ਰੇ ਕਲਰ ਜਿਹੜਾ ਹੁੰਦਾ ਕਿਹੜੀ ਚੀਜ਼ ਨੂੰ ਰਿਫਲੈਕਟ ਕਰਦਾ ਹੈ? ਡੈਫੀਸ਼ੀਐਂਸੀ ਆਫ ਔਰਗੈਨਿਕ ਮੈਟਰ। ਅਤੇ ਇੱਕ ਚੀਜ਼ ਹੋਰ ਹੈ ਜਿਹੜੀ ਮਤਲਬ ਜਿਹਨੂੰ ਕਰਦਾ ਹੈ ਰਿਫਲੈਕਟ, ਪੂਅਰ ਇਨ ਨਾਈਟ੍ਰੋਜਨ, ਵੀ ਜਿਹੜੀ ਜ਼ਮੀਨ ਹੈ ਸਾਡੀ ਉਹਦੇ 'ਚ ਨਾਈਟ੍ਰੋਜਨ ਦੀ ਮਾਤਰਾ, ਫੋਸਫੋਰਸ ਦੀ ਅਤੇ ਪੋਟਾਸ਼ ਦੀ ਮਾਤਰਾ ਘੱਟ ਆ। ਅਤੇ ਇਹ ਸਾਡੇ ਕੁਝ ਫੈਕਟ ਨੇ। ਅੱਗੇ ਇੱਕ ਫੈਕਟ pH ਵੈਲਿਊ, ਜਿਹਦੇ ਤੋਂ ਕੁਐਸਚਨ ਬਣ ਸਕਦਾ ਆ, 100% ਬਣ ਸਕਦਾ। pH ਵੈਲਿਊ ਜਿਹੜੀ ਇਹਦੀ ਹੁੰਦੀ ਆ 7.8 ਤੋਂ ਲੈ ਕੇ 8.5 ਤੱਕ ਹੁੰਦੀ ਆ pH ਵੈਲਿਊ ਕਿਹੜੀ? ਸੈਂਡੀ ਸੋਇਲ ਦੀ। ਸੋ ਅੱਗੇ ਹੈ, ਦਾ ਸੋਇਲਸ ਆਰ ਸੈਂਡੀ ਲੋਮ ਟੂ ਸਿਲਟ ਇਨ ਮਿਕਸਚਰ, ਦੇ ਆਰ ਡਰਾਈ ਐਂਡ ਕਾਲਡ ਕੈਲਕੀ ਔਰ ਟਿਟਸ ਇਨ ਟੈਕਸੋਨੋਮਿਕ ਕਲਾਸੀਫਿਕੇਸ਼ਨ। ਸੋ ਇਹਨੂੰ ਇਹ ਵੀ ਤੁਸੀਂ ਯਾਦ ਰੱਖ ਸਕਦੇ ਹੋ। ਫੈਕਟ ਕੋਈ ਪਤਾ ਨਹੀਂ, ਇਹਦੇ 'ਚ ਕੁਐਸਚਨ ਬਣ ਵੀ ਸਕਦਾ ਹੈ ਜੇ ਉਹਨਾਂ ਨੇ ਥੋੜ੍ਹਾ ਹਾਰਡ ਕੁਐਸਚਨ ਪਾਉਣੇ ਹੋਏ, ਜਦੋਂ ਬੱਚਿਆਂ ਨੂੰ ਥੋੜ੍ਹਾ ਕਨਫਿਊਜ਼ ਕਰਨ ਲਈ ਥੋੜ੍ਹਾ ਹਾਰਡ ਪਾਉਣਾ ਹੋਏ, ਹਾਰਡ ਲੈਵਲ ਸੈੱਟ ਕਰਨਾ ਹੋਇਆ, ਤਾਂ ਇੱਦਾਂ ਦੇ ਕੁਐਸਚਨ ਪੁੱਛ ਸਕਦੇ ਨੇ। ਸੈਂਡੀ ਸੋਇਲ ਨੂੰ ਟੈਕਸੋਨੋਮਿਕ ਕਲਾਸੀਫਿਕੇਸ਼ਨ ਵਿੱਚ ਕੀ ਕਹਿੰਦੇ ਆ? ਸੋ ਕੈਲਕੀ ਔਰ ਥਿਟਸ ਕਹਿੰਦੇ ਆ, ਕੈਲਕੀ ਔਰ ਥਿਟਸ। ਇਹ ਤੁਸੀਂ ਦੇਖ ਸਕਦੇ ਹੋ, ਇਹਨੂੰ ਨੋਟ ਡਾਊਨ ਕਰ ਸਕਦੇ ਹੋ। ਸੋ ਅੱਗੇ ਹੈ, ਦੇ ਹੈਵ ਲੋ ਟੂ ਮੀਡੀਅਮ ਫਰਟੀਲਿਟੀ। ਇਹਦੇ 'ਚ ਘੱਟ ਥੋੜ੍ਹੀ, ਮਤਲਬ ਪੂਰੀ ਹਾਈ ਫਰਟੀਲਿਟੀ ਨਹੀਂ ਹੁੰਦੀ, ਮਤਲਬ ਲੋ ਬੜੀ ਘੱਟ ਅਤੇ ਥੋੜ੍ਹੀ ਮੀਡੀਅਮ ਹੋ ਸਕਦੀ ਆ। ਬਟ ਬਾਏ ਆਰਟੀਫਿਸ਼ੀਅਲ ਇਰੀਗੇਸ਼ਨ ਦੇ ਬਿਕਮ ਮੱਚ ਮੋਰ ਪ੍ਰੋਡਕਟਿਵ। ਪਰ ਆਰਟੀਫਿਸ਼ੀਅਲ ਇਰੀਗੇਸ਼ਨ ਨਾਲ ਇਹਨੂੰ ਅਸੀਂ ਪ੍ਰੋਡਕਟਿਵ ਬਣਾ ਸਕਦੇ ਹਾਂ, ਅਤੇ ਕੋਈ ਇਹਨੂੰ ਕੈਪੇਬਲ ਕਰ ਸਕਦੇ ਹਾਂ। ਕੋਟਨ ਵਾਸਤੇ ਸਿਟਰਸ, ਆਇਲ ਸੀਡ, ਵੀਟ ਅਤੇ ਫੋਡਰ ਮਤਲਬ
ਜੋ ਪਸ਼ੂਆਂ ਦਾ ਆਪਾਂ ਚਾਰਾ ਬਣਾਉਂਦੇ ਉਹਦੇ ਵਾਸਤੇ, ਜਿਵੇਂ ਕਿਹੜੀ ਕਿਹੜੀ ਚੀਜ਼, ਕੋਟਨ ਇਹਦੇ ਵਿੱਚ ਹੋ ਸਕਦਾ, ਸਿਟਰਸ ਹੋ ਸਕਦਾ, ਆਇਲ ਸੀਡਸ ਹੋ ਸਕਦੇ, ਵੀਟ, ਅਤੇ ਫੋਡਰ ਕੀ ਫੋਡਰ ਕ੍ਰੋਪਸ ਜਿਹੜੀਆਂ ਹੁੰਦੀਆਂ ਨੇ ਪਸ਼ੂਆਂ ਦਾ ਚਾਰਾ ਜਿਵੇਂ ਕਿ। ਸੋ ਨੈਕਸਟ ਸੋਇਲ ਸਾਡੇ ਕੋਲ ਹੁੰਦੀ ਆ ਡੈਜ਼ਰਟ ਸੋਇਲ। ਡੈਜ਼ਰਟ ਸਾਰਿਆਂ ਨੂੰ ਪਤਾ ਕੀ ਹੁੰਦਾ ਆ, ਜਿੱਥੇ ਪਾਣੀ ਦੀ ਮਾਤਰਾ ਨਾ ਮਾਤਰ ਹੋਵੇ, ਪਾਣੀ ਦੀ ਮਾਤਰਾ ਬਿਲਕੁਲ ਘੱਟ ਹੋਵੇ। ਸੋ ਅਸੀਂ ਇਹਨੂੰ ਡਿਸਕਸ ਕਰਦੇ ਹਾਂ ਡੈਜ਼ਰਟ ਸੋਇਲ ਕਿਹੜੀ ਹੁੰਦੀ ਹੈ ਅਤੇ ਕਿੱਥੇ ਮਿਲਦੀ ਹੈ। These soil belong to the acidic zone spreading over southwestern part of states in Abohar Tehsil and Jeera area of Firozpur, Muktsar, larger parts of Bathinda, Mansa district, and some patches in Sangrur, Ludhiana district। ਸੋ ਇਹਦੇ ਵਿੱਚ ਫੈਕਟ ਇਹੀ ਆ ਵੀ ਇਹ ਮੇਨ ਜਿਹੜੀ ਮਿਲਦੀ ਆ, ਕਿਉਂਕਿ ਬਾਕੀ ਤਾਂ ਲੁਧਿਆਣੇ ਵਿੱਚ ਕਈ ਸਾਰੀਆਂ ਜ਼ਮੀਨਾਂ ਥੋੜ੍ਹੀਆਂ ਹੈਗੀਆਂ, ਮਾਨਸਾ ਬਠਿੰਡਾ ਵਿੱਚ ਵੀ ਬਾਕੀ ਹੈਗੀਆਂ, ਅਤੇ ਮੇਨ ਚੀਜ਼ ਅਬੋਹਰ ਅਤੇ ਜੀਰਾ ਦੇ ਵਿੱਚ ਜਿਹੜੀ ਜ਼ਿਆਦਾ ਵੇਖਣ ਨੂੰ ਮਿਲਦੀ ਆ ਉਹ ਡੈਜ਼ਰਟ ਸੋਇਲ, ਅਬੋਹਰ ਅਤੇ ਜੀਰਾ ਏਰੀਆ ਇੱਥੇ ਮੇਨ ਜਿਹੜੀ ਵੇਖਣ ਨੂੰ ਮਿਲਦੀ ਆ। ਇਹ ਕਿਹੜੀ ਅਰੇਡਿਕ ਜ਼ੋਨ, ਇਹ ਸਾਊਥ ਵੈਸਟਰਨ ਪਾਰਟਸ ਦੇ ਵਿੱਚ ਹੋਈ ਆ, ਅਬੋਹਰ ਦੇ ਅਤੇ ਜੀਰੇ ਦੇ। ਸੋ ਨੈਕਸਟ ਹੈ ਦੱਸੋ ਇਹਦੇ ਜਿਹੜੀ ਇਹਨੇ ਕਵਰ ਕਿੰਨਾ ਸਟੇਟ ਦਾ ਕੀਤਾ ਹੈ, 11% ਏਰੀਆ ਕਵਰ ਕੀਤਾ ਆ ਕਿੰਨੇ, ਡੈਜ਼ਰਟ ਸੋਇਲ ਨੇ, ਸਾਡੀ ਸਟੇਟ ਸਾਡੇ ਪੰਜਾਬ ਦਾ। ਸੋ ਦੀਸ ਸੋਇਲ ਹੈਵ ਡਿਵੋਲਵ ਅੰਡਰ ਐਰਿਡਿਕ ਐਂਡ ਹੌਟ ਕਲਾਈਮੇਟ। ਸੋ ਗਰਮੀ ਦੇ ਕਲਾਈਮੇਟ ਵਿੱਚ ਤਾਂ ਬਹੁਤ ਗਰਮੀ ਹੋ ਜਾਵੇ ਉਹਦੇ ਅੰਦਰ ਇਹ ਡਿਵੋਲਪ ਹੁੰਦੀ ਗਈ ਆ, ਅਤੇ ਬਸ ਵੈਜੀਟੇਸ਼ਨ ਥਿਨ ਕਵਰ ਔਰ ਬੁਸ਼ ਵੈਜੀਟੇਸ਼ਨ। ਸੋ ਐਵਰੇਜ ਰੇਨਫਾਲ ਇਹਦੇ 'ਤੇ ਜਿਹੜੀ ਹੁੰਦੀ, ਜਿੱਦਾਂ ਅਸੀਂ ਦੇਖਿਆ ਸੀਗਾ ਵੀ ਇੱਥੇ ਹੁੰਦੀ ਆ 30 ਸੈਂਟੀਮੀਟਰ ਐਵਰੇਜ, ਅਤੇ ਜੋ ਅਸੀਂ ਉੱਪਰ ਦੇਖ ਕੇ ਆਏ ਸੀ, ਕਿਹੜੀ ਸੀ ਉੱਪਰ ਆਪਾਂ ਕਰਕੇ ਆਏ, ਅਸੀਂ ਕਰਕੇ ਆਏ ਸੀਗੇ ਇਹ ਸੈਂਡੀ ਸੋਇਲ। ਸੈਂਡੀ ਸੋਇਲ ਦੇ ਵਿੱਚ ਜਿਹੜੀ ਐਵਰੇਜ ਰੇਨਫਾਲ ਹੈ, ਕਿੰਨਾ ਮੀਂਹ ਪੈਂਦਾ ਆ, 30 ਸੈਂਟੀਮੀਟਰ ਤੋਂ 50 ਸੈਂਟੀਮੀਟਰ, ਅਤੇ ਸਾਡੇ ਡੈਜ਼ਰਟ ਵਿੱਚ ਸਿਰਫ 30 ਸੈਂਟੀਮੀਟਰ ਤੱਕ ਦਾ ਮੀਂਹ ਪੈਂਦਾ ਆ। ਦਿਸ ਸੋਇਲ ਇਜ਼ ਡਰਾਈ ਐਂਡ ਡੈਫੀਸ਼ੀਐਂਟ ਇਨ ਹਿਊਮਸ। ਇਹ ਡਰਾਈ ਸੁੱਕੀ ਹੁੰਦੀ ਹੈ ਅਤੇ ਹਿਊਮਿਡਿਟੀ ਤਾਂ ਇਹਦੇ ਵਿੱਚ ਹੁੰਦੀ ਹੀ ਨਹੀਂ ਆ, ਅਤੇ ਇਹਦੇ ਵਿੱਚ ਨਾਈਟ੍ਰੋਜਨ, ਫੋਸਫੋਰਸ ਅਤੇ ਪੋਟਾਸ਼ੀਅਮ ਦੀ ਮਾਤਰਾ 0 ਹੁੰਦੀ ਆ, ਬਹੁਤ ਜ਼ਿਆਦਾ ਪੂਰ ਹੁੰਦੀ ਹੈ, ਨਾ ਮਾਤਰ ਹੁੰਦੀ ਆ। ਅਤੇ ਜਿਹੜੀ ਇਹਦੀ ਰਿਐਕਸ਼ਨ ਇਜ਼ ਫੋਰਮਡ, ਦਾ ਰਿਐਕਸ਼ਨ ਇਜ਼ ਫਰੋਮ ਨੋਰਮਲ ਟੂ ਐਲਕਲਾਈਨ, ਅਤੇ pH ਵੈਲਿਊ ਜਿਹੜੀ ਇਹਦੀ ਹੁੰਦੀ ਆ ਉਹ ਹੁੰਦੀ ਆ 7.5 ਤੋਂ 8.5 ਤੱਕ। ਸੋ ਇਹ ਕੀ ਆ ਸਾਡਾ, ਇਹ ਸਾਡੇ ਫੈਕਟ ਨੇ ਜੋ ਅਸੀਂ ਆਪਣੇ ਨੋਟ ਡਾਊਨ ਕਰਕੇ ਰੱਖੇ ਨੇ, ਕਿਉਂਕਿ ਕੁਐਸਚਨ ਇਹਨਾਂ ਤੋਂ ਹੀ ਬਣ ਸਕਦੇ ਨੇ। ਅੱਗੇ ਦਾ ਫਰਟੀਲਿਟੀ ਵਿਦ ਰਿਸਪੈਕਟ ਟੂ ਪਲਾਂਟ ਨਿਊਟ੍ਰੀਐਂਟ ਇਜ਼ LMM, ਲੋ ਟੂ ਮੀਡੀਅਮ। ਸੋ ਜਿਹੜੀ ਫਰਟੀਲਿਟੀ ਹੈ ਇਹਦੀ ਉਹ ਕਿਤਨੀਆਂ, ਲੋ ਟੂ ਮੀਡੀਅਮ ਹੋ ਸਕਦੀ, ਮਤਲਬ ਹਾਈ ਨਹੀਂ ਹੋ ਸਕਦੀ, ਉਹ ਵੀ ਅਸੀਂ ਕਈ ਤਰ੍ਹਾਂ ਦੀ ਇਰੀਗੇਸ਼ਨ ਸਿਸਟਮ ਵਰਤ ਕੇ ਇਹਦੇ ਤੋਂ ਕੋਈ ਨਾ ਕੋਈ ਖੇਤੀ ਕਰ ਸਕਦੇ ਹਾਂ। ਸੋ ਅੱਗੇ ਹੈ ਇਨ ਦਾ ਸਾਊਥ ਵੈਸਟਰਨ ਐਰਿਡਿਕ ਜ਼ੋਨ ਵਿੰਡ ਐਕਸ਼ਨ ਹੈਜ਼ ਪਲੇਡ ਏ ਮੇਜਰ ਰੋਲ ਇਨ ਫੋਰਮੇਸ਼ਨ ਆਫ ਦੀ ਸੋਇਲ। ਦੀਸ ਆਰ ਸੈਂਡ ਡਿਊਨ ਸਟੱਡਡ, ਜਿਹਨੂੰ ਅਸੀਂ ਟਿੱਬੇ ਕਹਿ ਦਿੰਦੇ ਹਾਂ ਪੰਜਾਬੀ ਦੇ ਵਿੱਚ, ਉੱਦਾਂ ਦੇ ਕਹਿੰਦੇ ਆ ਸੈਂਡ ਦੇ ਟਿੱਬੇ ਹੁੰਦੇ ਨੇ। ਸੋ ਕਹਿੰਦੇ ਕਿਵੇਂ ਬਣੇ ਇਹ ਐਰਿਡਿਕ ਜ਼ੋਨ ਵਿੰਡ ਐਕਸ਼ਨ, ਹਵਾ ਜਦੋਂ ਤੇਜ਼ੀ ਵਾਲੀ ਚੱਲਦੀ ਆ ਉਹਦੇ ਨਾਲ ਇਹ ਕੀ ਹੌਲੀ ਹੌਲੀ ਇਹਨਾਂ ਦੀ ਫੋਰਮੇਸ਼ਨ ਹੁੰਦੀ ਗਈ ਅਤੇ ਟਿੱਬੇ ਬਣ ਗਏ ਮਿੱਟੀ ਦੇ ਉਹ ਉੱਚੇ ਉੱਚੇ। ਸੋ ਦਿਸ ਸੋਇਲ ਹੈ ਕਵਰਡ ਬਾਏ ਵਿੰਡ ਬਲੋਨ ਸੈਂਡ। ਸੋ ਇਹ ਸੈਂਡ ਨਾਲ ਕੀ ਹੈ, ਸੋਇਲ ਸਾਰੀ ਕਵਰ ਹੋ ਗਈ ਜਦੋਂ ਉੱਥੇ ਟਿੱਬੇ ਬਣ ਗਏ ਉੱਚੇ ਉੱਚੇ। ਸੋ ਦਾ ਸੋਇਲ ਇਜ਼ ਲਾਈਟ ਇਨ ਕਲਰ, ਜੈਲੋ ਟੂ ਲਾਈਟ ਬਰਾਊਨ, ਜੈਲੋ ਟੂ ਲਾਈਟ ਬਰਾਊਨ ਇਹਦਾ ਕਲਰ ਹੁੰਦਾ ਆ। ਸੋ ਇਹ ਕਾਹਦੇ ਵਾਸਤੇ ਸੂਟੇਬਲ ਆ, ਜੇ ਅਸੀਂ ਉਹ ਇਰੀਗੇਸ਼ਨ ਸਿਸਟਮ ਵਰਤ ਕੇ ਕੁਝ ਇਰੀਗੇਸ਼ਨ ਕੁਝ, ਅਤੇ ਜੇ ਖੇਤੀ ਕਰਦੇ ਵੀ ਆ, ਕਿਹੜੀ ਕਿਹੜੀ ਖੇਤੀ ਹੋ ਸਕਦੀ, ਕਲਟੀਵੇਸ਼ਨ ਆਫ ਕੋਟਨ, ਮੌਥ, ਸਿਟਰਸ, ਵੀਟ, ਬਾਜਰਾ ਅਤੇ ਖਰੀਫ ਫੋਡਰ। ਜਿਹੜੇ ਖਰੀਫ ਫੋਡਰ ਹੈ ਪਸ਼ੂਆਂ ਦਾ ਚਾਰਾ, ਜਿਹੜਾ ਖਰੀਫ ਸਾਡੇ ਉਸ ਸਮੇਂ ਦਾ ਹੁੰਦਾ ਆ, ਉਹ ਅਸੀਂ ਇਸ ਤੋਂ ਕਰ ਸਕਦੇ ਹਾਂ। ਸੋ ਕਹਿੰਦੇ ਆ ਦਾ ਸੋਇਲ ਸਫਰ ਫਰੋਮ ਵਿੰਡ ਇਰੋਜਨ ਸਪੈਸ਼ਲੀ ਇਨ ਸਮਰ। ਕਹਿੰਦੇ ਇਹ ਇਰੋਜਨ ਇਹਦੀ ਹੁੰਦੀ ਰਹਿੰਦੀ ਆ ਸਮਰ ਦੇ ਵਿੱਚ, ਜਦੋਂ ਹਵਾ ਚੱਲਦੀ ਆ ਇਹ ਵਿੰਡ ਇਰੋਜਨ ਕਰਕੇ ਇਹ ਸਫਰ ਕਰਦੀ ਰਹਿੰਦੀ ਆ, ਖਾਸ ਕਰਕੇ ਸਮਰ ਦੇ ਵਿੱਚ। ਸੋ ਨੈਕਸਟ ਸਾਡਾ ਹੈ ਖੰਡੀ ਸੋਇਲ। ਹੁਣ ਕੰਡੀ ਸੋਇਲ ਅਸੀਂ ਦੇਖਦੇ ਹਾਂ ਸਾਡੇ ਕੋਲ ਇਹ ਕੀ ਹੈ। ਸੋ ਕੰਡੀ ਸੋਇਲ ਜੋ ਸਾਡੀ ਹੈ ਇਹ ਕਿੱਥੇ ਕਿੱਥੇ ਮਿਲਦੀ ਆ, ਪਠਾਨਕੋਟ ਤਹਿਸੀਲ ਆਫ ਗੁਰਦਾਸਪੁਰ, ਲਾਰਜਰ ਪਾਰਟਸ ਆਫ ਹੁਸ਼ਿਆਰਪੁਰ, ਨਵਾਂ ਸ਼ਹਿਰ, ਰੋਪੜ, ਇੱਥੇ ਵੇਖਣ ਨੂੰ ਮਿਲਦੀ ਆ। ਸੋ ਪਠਾਨਕੋਟ ਜ਼ਿਆਦਾਤਰ ਜਿਹੜੀ ਆ ਪਠਾਨਕੋਟ ਅਤੇ ਹੁਸ਼ਿਆਰਪੁਰ ਵਿੱਚ। ਸੋ ਇਹਦੇ ਵਿੱਚ ਕਿਹੜੀ ਕੀ ਹੁੰਦਾ ਹੈ, ਦੀ ਸੋਇਲ ਹੈਵ ਸੈਂਡੀ ਲੋਮ, ਸਿਲਟ ਲੋਮ, ਕਲੇ ਸਿਲਟ ਟੂ ਗ੍ਰੈਵੀ ਟੈਕਸਚਰ, ਇਸ ਤਰ੍ਹਾਂ ਦੀ ਸੋਇਲ ਹੈ। ਅਤੇ ਇਹ ਬਣੇ ਕਿਵੇਂ, ਕਹਿੰਦੇ these have been deposited by numerous cores coming from ਸ਼ਿਵਾਲਿਕ ਹਿਲਸ। ਸ਼ਿਵਾਲਿਕ ਹਿਲਸ ਤੋਂ ਜਦੋਂ ਡਿਪੋਜ਼ਿਟ, ਜਿਵੇਂ ਕੋਈ ਹੜ੍ਹ ਆਉਂਦਾ ਜਾਂ ਪਾਣੀ ਆਉਂਦਾ, ਮੀਂਹ ਪੈਂਦਾ ਤਾਂ ਉਹਦੇ ਨਾਲ ਡਿਪੋਜ਼ਿਟ ਹੁੰਦੇ ਗਏ ਅਤੇ ਇਹ ਬਣੀ ਸੋਇਲ। ਫਿਰ
द सोइल्स आर बैडली इरोडेड एंड लैस प्रोडक्टिव। ये बैडली इरोडेड आ मतलब बुरी तरह ना ये इरोजन ਇਹਦਾ ਹੋਇਆ ਹੁੰਦਾ ਆ ਮਤਲਬ ਪਾਣੀ ਨਾਲ ਹਵਾ ਨਾਲ ਇਹ ਮਤਲਬ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਚਲ ਗਈ ਹੁੰਦੀ ਆ ਅਤੇ ਸੋ ਇਹ ਬੜੀ ਲੈਸ ਪ੍ਰੋਡਕਟਿਵ ਕਿਉਂਕਿ ਮਿਨਰਲ ਸਾਰੇ ਇੱਕ ਜਗ੍ਹਾ ਤੋਂ ਛੱਡ ਕੇ ਦੂਜੀ ਜਗ੍ਹਾ ਚਲ ਗਏ ਹੁੰਦੇ ਨੇ ਇਹਦੇ ਰੁੜ ਗਏ ਹੁੰਦੇ ਨੇ। ਸੋ ਇਹ ਬੈਸਟ ਆ ਡਰਾਈ ਫਾਰਮਿੰਗ ਵਾਸਤੇ। ਜਦੋਂ ਅਸੀਂ ਟਾਈਪਸ ਆਫ ਫਾਰਮਿੰਗ ਦੇਖਾਂਗੇ ਉਹਦੇ ਵਿੱਚ ਡਿਸਕਸ ਕਰਾਂਗੇ ਡਰਾਈ ਫਾਰਮਿੰਗ ਕੀ ਹੁੰਦੀ ਆ। ਸੋ ਇਹਦੇ ਵਾਸਤੇ ਬੈਸਟ ਆ। ਸੋ ਅੱਗੇ ਹੈ ਸਾਡੇ ਸੋ ਨੈਕਸਟ ਸਾਡਾ ਹੈ ਸੈਰੋਜਨ। ਸੋ ਹੁਣ ਅਸੀਂ ਡਿਸਕਸ ਕਰਦੇ ਹਾਂ ਕਿਵੇਂ ਤਰ੍ਹਾਂ ਕਿਸ ਤਰ੍ਹਾਂ ਦੀ ਸੋਇਲ ਹੈ। ਦੀ ਸੋਇਲ ਕਵਰ ਨੀਅਰਲੀ 25 ਏਰੀਆ ਆਫ ਦੀ ਸਟੇਟ। ਸੋ ਇਹਨੇ ਕਿੰਨਾ ਏਰੀਆ ਕਵਰ ਕੀਤਾ ਆ 25% ਏਰੀਆ ਸਟੇਟ ਦਾ ਕਵਰ ਕੀਤਾ ਹੋਇਆ ਆ ਸੈਰੋਜਨ ਨੇ। ਸੋ ਇਹ ਕਹਿੰਦੇ ਆ ਆਰ ਗ੍ਰੇ ਸੋਇਲ ਆਫ ਸੈਮੀ ਰੈਡ ਪਾਰਟਸ ਆਫ ਪੰਜਾਬ ਵਿਦ ਐਵਰੇਜ ਐਨੂਅਲ ਰੇਨਫਾਲ। ਇਹਦੇ ਵਿੱਚ ਰੇਨਫਾਲ ਹੁੰਦੀ ਹੈ 50 ਤੋਂ 70 ਸੈਂਟੀਮੀਟਰ ਤੱਕ ਦੀ। ਸੋ ਜਨਰਲ ਏਅਰ ਟੈਂਪਰੇਚਰ ਰੇਂਜਸ ਫਰੋਮ 24 ਸੈਲਸੀਅਸ ਟੂ 25 ਸੈਲਸੀਅਸ। ਇਹਦਾ ਜਿਹੜਾ ਟੈਂਪਰੇਚਰ ਹੁੰਦਾ ਉਹ ਰੇਂਜ ਕਿੱਥੇ ਤੱਕ ਹੈ ਇਹਦੀ 24 ਤੋਂ 25 ਤੱਕ ਦਾ ਹੁੰਦਾ ਆ। ਸੋ ਨੈਕਸਟ ਹੈ ਦੀ ਸੋਇਲ ਆਰ ਫਾਊਂਡ ਇਨ ਈਸਟਰਨ ਹਾਫਸ ਆਫ ਮਾਲਵਾ ਪਲੇਨ। ਮਾਲਵਾ ਪਲੇਨ ਦੇ ਈਸਟਰਨ ਹਾਫ ਦੇ ਵਿੱਚ ਵੇਖਣ ਨੂੰ ਮਿਲਦੀ ਲੁਧਿਆਣਾ, ਨੌਰਥਰਨ ਸੈਂਟਰਲ ਪਾਰਟਸ ਆਫ ਸੰਗਰੂਰ, ਫਤਿਹਗੜ੍ਹ ਸਾਹਿਬ, ਰਾਜਪੁਰਾ, ਪਟਿਆਲਾ ਡਿਸਟ੍ਰਿਕਟ, ਵੈਸਟਰਨ ਪਾਰਟਸ ਆਫ ਪਟਿਆਲਾ ਡਿਸਟ੍ਰਿਕਟ ਐਂਡ ਸਮ ਇੰਟਰਲ ਏਰੀਆਸ ਆਫ ਫਰੀਦਕੋਟ ਡਿਸਟ੍ਰਿਕਟ। ਸੋ ਇਹ ਦੁਆਬੇ ਅਤੇ ਮਾਝੇ ਦੇ ਵਿੱਚ ਵੀ ਕੁਝ ਹਿੱਸੇ ਨੇ ਕਵਰ ਕੀਤੇ ਨੇ। ਸੋ ਕਹਿੰਦੇ ਫਾਊਂਡ ਇਨ ਫੋਰਮ ਏ ਲੌਂਗ ਬੈਲਟ ਐਕਸਟੈਂਡਿੰਗ ਫਰੋਮ ਮਕੇਰੀਆ ਇਨ ਨੌਰਥ ਥਰੂ ਟਾਂਡਾ, ਜਲੰਧਰ, ਆਦਮਪੁਰ, ਨਕੋਦਰ ਬਲੋਕਸ ਇਨ ਸਾਊਥ। ਸੋ ਦੁਆਬੇ ਦੇ ਵਿੱਚ ਵੀ ਇੰਨਾ ਏਰੀਆ ਇਹਨੇ ਕਵਰ ਕੀਤਾ ਕਿਉਂਕਿ 25% ਪੰਜਾਬ ਦਾ ਏਰੀਆ ਜਿਹੜਾ ਆ ਸੈਰੋਜਮ ਨੇ ਹੀ ਕੇਅਰ ਕੀਤਾ ਜਿਹੜੀ ਇਹ ਸੋਇਲ ਆ। ਸੋ ਤਰਨਤਾਰਨ ਪੱਟੀ ਤਹਿਸੀਲ ਆਫ ਅੰਮ੍ਰਿਤਸਰ ਇੱਥੇ ਵੀ ਵੇਖਣ ਨੂੰ ਮਿਲਦੀ। ਕਪੂਰਥਲੇ 'ਚ ਵੀ ਇਹਦੀ ਕਿੰਨੀ ਮਾਤਰਾ ਦੇਖਣ ਨੂੰ ਮਿਲਦੀ ਆ। ਸੋ ਅੱਗੇ ਹੈ ਦਾ ਸੋਇਲ ਆਰ ਓਵਰਆਲ ਗ੍ਰੇ ਕਲਰ। ਸੋ ਕਹਿੰਦੇ ਇਹ ਗ੍ਰੇ ਕਲਰ ਦੀ ਹੁੰਦੀ ਆ ਅਤੇ ਇੰਡੀਕੇਟ ਕਰਦੀ ਆ। ਹੁਣ ਤੁਹਾਨੂੰ ਇਹ ਕੁਐਸਚਨ 101% ਆ ਸਕਦਾ ਆ ਵੀ ਸੋਇਲ ਦਾ ਜਿਹੜਾ ਗ੍ਰੇ ਕਲਰ ਹੁੰਦਾ ਆ ਉਹ ਕਿਸ ਚੀਜ਼ ਨੂੰ ਇੰਡੀਕੇਟ ਕਰਦਾ ਆ। ਉਹ ਡੈਫੀਸ਼ੀਐਂਸੀ ਇਨ ਔਰਗੈਨਿਕ ਮੈਟਰ ਨੂੰ ਕਰਦਾ ਆ। ਸੋ ਨਾਈਟ੍ਰੋਜਨ ਐਂਡ ਪੋਟਾਸ਼ ਆਰ ਨੋਟ ਸਫੀਸ਼ੈਂਟ। ਇਹਦੇ ਵਿੱਚ ਨਾਈਟ੍ਰੋਜਨ ਪੋਟਾਸ਼ ਹੁੰਦੇ ਨੇ ਪਰ ਬਹੁਤ ਨਾ ਮਾਤਰ ਵਿੱਚ ਹੁੰਦੇ ਨੇ। ਸੋ ਇਹ ਨੋਟ ਸਫੀਸ਼ੈਂਟ ਜ਼ਿਆਦਾ ਸਫੀਸ਼ੈਂਟ ਨਹੀਂ ਹੁੰਦੇ, ਮਤਲਬ ਘੱਟ ਮਾਤਰਾ ਵਿੱਚ ਹੁੰਦੇ ਨੇ। pH ਵੈਲਿਊ ਦੀ ਹੁੰਦੀ ਆ 7.8 to 8.5। ਸੋ ਇਹ ਜਿਹੜੇ ਨੇ ਸਾਡੇ ਤੁਸੀਂ ਨੋਟ ਡਾਊਨ ਕਰੀ ਜਾਇਓ। ਸੋ ਦੀ ਸੋਲ ਆਰ ਨੋਨ ਐਜ਼ ਕੈਂਬੋਰਥਿਟਸ ਔਰ ਕੈਲਕੀ ਔਰਥਿਟਸ। ਇਹਨੂੰ ਇਹ ਜਿਹੜਾ ਟੈਕਸੀਨੋਮੀ ਦੇ ਵਿੱਚ ਜੋ ਸਾਡੀ ਟੈਕਸੀਨੋਮੀ ਕਲਾਸੀਫਿਕੇਸ਼ਨ ਆਫ ਸੋਇਲਸ ਆਫ ਪੰਜਾਬ ਆ ਉਹਦੇ ਵਿੱਚ ਇਹਦਾ ਨਾਮ ਜਿਹੜਾ ਦਿੱਤਾ ਹੋਇਆ ਕੈਂਬੋਰਥਿਟਸ ਕਹਿ ਸਕਦੇ ਹਾਂ ਆਪਾਂ ਇਹਨੂੰ, ਜਾਂ ਕੈਲਕੀ ਔਰਥਿਟਸ। ਕਿਹਨੂੰ? ਸੈਰੋਜਮ ਨੂੰ। ਦੀ ਸੋਇਲ ਪ੍ਰੋਡਿਊਸ ਹਾਈਐਸਟ ਯੀਲਡ ਆਫ। ਕਿਹੜੀ ਖੇਤੀ ਹੋ ਸਕਦੀ ਆ? ਵੀਟ ਅੰਡਰ ਇਰੀਗੇਸ਼ਨ। ਵੀਟ ਹੋ ਸਕਦੀ ਆ ਪਰ ਇਰੀਗੇਸ਼ਨ ਚਾਹੀਦੀ ਆ ਉਹਨੂੰ। ਪੈਡੀ ਕਲਟੀਵੇਸ਼ਨ ਹੈਜ਼ ਬੀਨ ਇੰਟਰੋਡਿਊਸ ਹੋ ਚੁੱਕੀ ਹੈ ਵੀ ਇਹਦੇ 'ਚ ਅਸੀਂ ਝੋਨੇ ਦੀ ਖੇਤੀ ਵੀ ਕਰ ਸਕਦੇ ਹਾਂ। ਸੋ ਕਹਿੰਦੇ ਐਕਸੈਸਿਵ ਇਰੀਗੇਸ਼ਨ, ਜਿਹੜੀ ਐਕਸੈਸਿਵ ਮਤਲਬ ਜ਼ਿਆਦਾ ਇਰੀਗੇਸ਼ਨ ਜਦੋਂ ਅਸੀਂ ਕਰਾਂਗੇ ਰਿਜ਼ਲਟਡ ਇਨ ਸਮ ਫਾਰਮ ਆਫ ਸੈਲੀਨਿਟੀ। ਉਹਦੇ ਨਾਲ ਕੀ ਹੁੰਦਾ? ਸਮ ਫਾਰਮ ਆਫ ਸੈਲੀਨਿਟੀ ਸਾਨੂੰ ਦੇਖਣ ਨੂੰ ਮਿਲਦੀ ਜਦੋਂ ਅਸੀਂ ਜ਼ਿਆਦਾ ਪਾਣੀ ਦੇਵਾਂਗੇ। ਸੋ ਉਹਦੇ ਨਾਲ ਕੀ ਹੁੰਦਾ ਹੈ? ਭੂਮੀ ਦੀ ਉਪਜਾਊ ਸ਼ਕਤੀ ਹੋਰ ਘਟਦੀ ਜਾਂਦੀ ਆ। ਸੋ ਇਹ ਸਾਡਾ ਬਹੁਤ ਇੰਪੋਰਟੈਂਟ ਸੀ। ਹੁਣ ਸਾਡੇ ਕੋਲ ਅੱਗੇ ਆਉਂਦੀ ਗ੍ਰੇ ਬਰਾਊਨ ਪੋਰਟਜ਼ੋਲਿਕ ਸੋਇਲ ਜਾਂ ਫੋਰੈਸਟ ਸੋਇਲ। ਹੁਣ ਸਾਡੇ ਕੋਲ ਕਿਹੜੀ ਆ? ਫੋਰੈਸਟ ਵਿੱਚ ਜਿਹੜੀ ਦੇਖਣ ਨੂੰ ਮਿਲਦੀ ਆ ਇਸ ਤਰ੍ਹਾਂ ਦੀ ਸੋਇਲ ਹੁੰਦੀ ਜਿਹੜੀ ਜਿੱਥੇ ਜੰਗਲਾਂ ਦੇ ਵਿੱਚ ਦੇਖਣ ਨੂੰ ਮਿਲਦੀ ਆ। ਸੋ ਦੀਸ ਆਰ ਸ਼ਿਵਾਲਿਕ, ਸਟੋਨੀ, ਗ੍ਰੇਵੀ, ਸੈਂਡੀ ਸੋਇਲ ਆਫ ਸਮ ਬਲੋਕ ਗੁਰਦਾਸਪੁਰ ਵਿੱਚ ਵੇਖਣ ਨੂੰ ਮਿਲਦੀ ਆ। ਸ਼ਿਵਾਲਿਕ ਹਿੱਲ ਜ਼ੋਨ ਆਫ ਹੁਸ਼ਿਆਰਪੁਰ 'ਚ ਦੇਖਣ ਨੂੰ ਮਿਲਦੀ ਆ। ਨਵਾਂ ਸ਼ਹਿਰ ਅਤੇ ਰੋਪੜ 'ਚ ਦੇਖਣ ਨੂੰ ਮਿਲਦੀ ਆ। ਸੋ ਕਹਿੰਦੇ ਆ ਇਹ ਫੋਰੈਸਟ ਵਿੱਚ ਡਿਵੈਲਪ ਹੋਈ ਆ ਅਤੇ ਇਹ ਜਿਹੜੀ ਆ ਇਹਦੇ 'ਚ ਲੈਸ ਹੋਰ ਟੈਂਪਰੇਚਰ, ਇੱਥੇ ਵਾਟਰ ਇਰੋਜਨ ਜ਼ਿਆਦਾ ਹੁੰਦਾ ਆ ਅਤੇ ਇਹਦੇ 'ਚ ਟੈਂਪਰੇਚਰ ਜ਼ਿਆਦਾ ਹੋਟ ਨਹੀਂ ਹੁੰਦਾ। ਸੋ ਇਹ ਰੈਡਿਸ਼ ਬਰਾਊਨ ਹੁੰਦੀ ਆ ਜਾਂ ਓਲਾਈਵ ਬਰਾਊਨ ਇਨ ਕਲਰ ਦੇ ਵਿੱਚ ਹੁੰਦੀ ਆ। ਸੋ ਨੋਟ ਸੋ ਇੰਪੋਰਟੈਂਟ, ਇਹਦੇ 'ਚੋਂ ਕੁਐਸਚਨ ਜ਼ਿਆਦਾ ਨਹੀਂ। ਸੋ ਇਹ ਬਣ ਸਕਦਾ ਇਹਦਾ ਕਲਰ ਕੀ ਹੁੰਦਾ ਹੈ ਅਤੇ ਜਾਂ ਕਿੱਥੇ ਮਿਲਦੀ ਹੈ, ਇੱਦਾਂ ਦੇ ਕੁਐਸਚਨ ਪੁੱਛੇ ਜਾ ਸਕਦੇ। ਦੇਖ ਲਓ ਕਿੱਥੇ ਮਿਲਦੀ? ਗੁਰਦਾਸਪੁਰ, ਸ਼ਿਵਾਲਿਕ ਹਿੱਲ ਜ਼ੋਨ ਆਫ ਹੁਸ਼ਿਆਰਪੁਰ, ਨਵਾਂ ਸ਼ਹਿਰ, ਰੋਪੜ। ਜਾਂ ਇਹਦਾ ਕਲਰ ਹੈਗਾ ਰੈਡਿਸ਼ ਬਰਾਊਨ, ਓਲਾਈਵ ਬਰਾਊਨ ਇਨ ਕਲਰ। ਸੋ ਅੱਗੇ ਹੈ ਸੋਡਿਕ ਸੈਲਿਨ ਸੋਇਲ। ਸੋ ਇਸ ਤਰ੍ਹਾਂ ਦੀ ਹੁੰਦੀ ਆ ਸੈਲਿਨ ਸੋਇਲ ਜਿਹਦੇ ਵਿੱਚ ਲੂਣ ਦੀ ਮਾਤਰਾ ਵੱਧ ਜੇ। ਸੋ ਇਹਦੇ ਵਿੱਚ ਹੈ ਕਲਾਈਮੇਟ ਟ੍ਰੋਪੀਕਲੀ ਔਰ
orthopogenic activities and mismanagement, soil suffer from various kinds of degree of degradation। ਸੋ ਇਸ ਤਰ੍ਹਾਂ ਦੀ ਸੋਇਲ ਦੇ ਵਿੱਚ ਕਹਿੰਦੇ ਉਹ ਸੋਇਲ ਸੈਲੇਨਿਟੀ ਉਹਨੂੰ ਕਹਿ ਸਕਦੇ ਹਾਂ ਜਿਹਦੇ ਵਿੱਚ ਲੂਣ ਦੀ ਮਾਤਰਾ, ਸਾਲਟ ਦੀ ਮਾਤਰਾ ਜ਼ਿਆਦਾ ਵੱਧ ਜਾਵੇ, ਮੋਰ ਦੈਨ 0.2%, ਅਤੇ ਜਿਹੜੇ ਪਲਾਂਟ ਨੂੰ ਡਿਫੀਕਲਟੀ ਹੋ ਜਾਂਦੀ ਆ ਪਾਣੀ ਨੂੰ ਅਬਜ਼ਰਵ ਕਰਨ 'ਤੇ, ਸੋ ਇਸ ਨੂੰ ਸੈਲਿਨ ਸੋਇਲ ਵੀ ਕਹਿੰਦੇ ਆ। ਅਤੇ ਕਹਿੰਦੇ ਇਹਦੀ pH ਜਿਹੜੀ ਵੈਲਿਊ ਹੁੰਦੀ ਆ ਉਹ 7.3 to 8.5 ਹੋ ਸਕਦੀ ਆ। ਦਾ ਸੋਇਲ ਇਜ਼ ਨਿਊਟਰਲ ਇਨ ਰਿਐਕਸ਼ਨ, ਉਹ ਰਿਐਕਸ਼ਨ ਕਿਸੇ ਵੀ ਚੀਜ਼ ਨਾਲ ਕਰ ਦਿੰਦੀ ਕਿਉਂਕਿ ਉਹਦੇ ਵਿੱਚ ਨਿਊਟਰਲ ਹੋ ਜਾਂਦੀ ਆ। ਸੋਡਿਕ ਸੋਇਲ ਹੈਵ ਹਾਈਅਰ ਪਰਸੈਂਟੇਜ ਆਫ ਸੋਡੀਅਮ, ਇਹਦੇ ਵਿੱਚ ਸੋਡੀਅਮ ਸਾਲਟ ਦੀ ਵੈਲਿਊ ਵੱਧ ਜਾਂਦੀ ਆ, ਸੋਡੀਅਮ ਦੀ ਵੈਲਿਊ 15% ਤੋਂ ਜ਼ਿਆਦਾ ਵੱਧ ਜਾਂਦੀ ਆ। ਸੋ ਐਂਡ ਹਾਈ pH ਵੈਲਿਊ ਅਬਵ, ਅਤੇ pH ਵੈਲਿਊ ਦੀ ਅਬਵ ਹੋ ਜਾਂਦਾ 8.5, ਅਤੇ ਸਟਰੋਂਗ ਐਲਕੇਲਾਈਨ ਰਿਐਕਸ਼ਨ ਹੋ ਜਾਂਦੀ ਜਿਹਦੇ ਕਰਕੇ। ਸੋ ਮਿਲਦੀ ਕਿੱਥੇ ਆ ਇਹ ਮਿਲਦੀ ਆ ਲੋਅਰ ਪੋਜੀਸ਼ਨ ਆਫ ਫਾਜ਼ਿਲਕਾ, ਜਲਾਲਾਬਾਦ, ਗੁਰੂ ਹਰਸਹਾਏ, ਤਲਵੰਡੀ ਭਾਈ ਇਨ ਫਿਰੋਜ਼ਪੁਰ ਡਿਸਟ੍ਰਿਕਟ, ਨਾਰਥਰਨ ਪਾਰਟਸ ਆਫ ਫਰੀਦਕੋਟ, ਮੁਕਤਸਰ ਡਿਸਟ੍ਰਿਕਟ, ਈਸਟਰਨ ਪਾਰਟਸ ਆਫ ਮਾਨਸਾ, ਗੋਬਿੰਦਗੜ੍ਹ, ਖੋਖਰ ਏਰੀਆ ਆਫ ਸੰਗਰੂਰ ਡਿਸਟ੍ਰਿਕਟ ਆਫ ਸਮਾਣਾ। ਇਸ ਤਰ੍ਹਾਂ ਦੇ ਮਤਲਬ ਮਾਲਵੇ ਦੇ ਵਿੱਚ ਜਾਂ ਕੁਝ ਹਿੱਸੇ ਇਹਦੇ ਮਾਲਵੇ 'ਚ ਜ਼ਿਆਦਾਤਰ ਵੇਖਣ ਨੂੰ ਮਿਲਦੀ ਹੈ। ਕਿਹੜੀ ਸੋਇਲ? ਸੈਲਿਨ ਸੋਇਲ ਜਾਂ ਸੋਡਿਕ ਸੋਇਲ। ਸੋ ਆਲ ਏਰੀਆ ਸੋਡਿਕ ਸੋਇਲ ਲਾਈਸ ਇਨ ਬੀਕਾਨੇਰ ਕੈਨਲ, ਕਹਿੰਦੇ ਆਲ ਏਰੀਆਸ ਆਫ ਸੈਲਿਨ ਜਿਹੜੀ ਇਹ ਸੋਇਲ ਆ ਕਿੱਥੇ ਵੇਖਣ ਨੂੰ ਮਿਲਦਾ? ਅਕਰੋਸ ਬੀਕਾਨੇਰ ਕੈਨਲ, ਬੀਕਾਨੇਰ ਨਹਿਰ ਦੇ ਲਾਗੇ, ਅਬੋਹਰ, ਬਠਿੰਡਾ, ਘੱਗਰ ਅਤੇ ਕੋਟਲਾ ਬ੍ਰਾਂਚਿਸ ਆਫ ਸਰਹੰਦ ਕੈਨਲ, ਮਤਲਬ ਇਹਦੇ ਲਾਗੇ ਜਿੱਥੇ ਜਿੱਥੇ ਕੈਨਲਸ ਨੇ ਉੱਥੇ ਉੱਥੇ ਦੇਖਣ ਨੂੰ ਮਿਲਦੀ ਆ ਇਹ ਸੋਇਲ। ਸੈਲਿਨ ਸੋਇਲ ਆਫ ਸਾਊਥਰਨ ਪਾਸ ਆਰ ਰੀਸੈਂਟ ਓਰੀਜਨ ਰਿਜ਼ਲਟਿੰਗ ਫਰੋਮ ਸਰਫੇਸ ਫਲੱਡਿੰਗ ਐਂਡ ਔਰ ਰਾਈਸ ਇਨ ਗਰਾਊਂਡ ਵਾਟਰ। ਸੋ ਇਹ ਦੇਖਣ ਨੂੰ ਮਿਲਦੀ ਹੈ ਜ਼ਿਆਦਾਤਰ ਮਾਲਵੇ 'ਚ, ਅਤੇ ਮਾਲਵੇ 'ਚ ਵੀ ਉੱਥੇ ਮਿਲਦੀ ਜਿੱਥੇ ਜਿੱਥੇ ਕੈਨਲਸ ਸਾਡੇ ਕੋਲ ਨੇ। ਅਤੇ ਹੁਣ ਦੇਖਦੇ ਹਾਂ ਅਸੀਂ ਜਿਵੇਂ ਕਿ ਡਿਊਰਿੰਗ ਸਮਰ ਪੀਰੀਅਡ ਆਫ ਐਕਸੈਸਿਵ ਇਵੈਪੋਰੇਸ਼ਨ ਸਾਲਟ ਅਕਾਮੂਲੇਟ ਐਟ ਦੀ ਸਰਫੇਸ, ਜਦੋਂ ਜ਼ਿਆਦਾ ਐਕਸੈਸਿਵ ਇਵੈਪੋਰੇਸ਼ਨ ਹੁੰਦੀ ਆ ਪਾਣੀ ਦੀ, ਜਿਹੜੀ ਸਾਲਟ ਆ ਉਹ ਸਾਡਾ ਸਰਫੇਸ 'ਤੇ ਰਹਿ ਜਾਂਦਾ ਹੈ। ਸੋ ਲੋਅਰ terraces along river Ravi in Amritsar, Gurdaspur district, and along river Satluj in Nakodar and Sultanpur Tehsil. Kapurthala have uncultivated moderately to several sodic and saline soil which have water load packed have been they have aquatic horizon। ਕਿ ਉਹ ਇਹਦੇ ਵਿੱਚ ਇਹੀ ਚੀਜ਼ ਦੱਸਦੇ ਆ ਵੀ ਐਕਸੈਸਿਵ ਵੈਪੋਰੇਸ਼ਨ ਜਦੋਂ ਸਮਰ ਦੇ ਵਿੱਚ ਹੋ ਜਾਂਦੀ ਹੈ, ਸਾਲਟ ਜਿਹੜਾ ਸਰਫੇਸ 'ਤੇ ਰਹਿ ਜਾਂਦਾ ਆ। ਅਤੇ ਲੋਅਰ ਜਿੱਦਾਂ ਕਿ ਮਿਲਦੀ ਆ, ਜੇ ਮਾਝੇ ਦੀ ਗੱਲ ਕਰੀਏ ਜਿੱਦਾਂ ਜਿੱਥੇ ਰਾਵੀ ਸਾਡੀ ਰਿਵਰ ਆ ਉੱਥੇ ਵੇਖਣ ਨੂੰ ਮਿਲਦੀ ਆ ਗੁਰਦਾਸਪੁਰ ਵਿੱਚ, ਅਤੇ ਰਿਵਰ ਸਤਲੁਜ ਅਤੇ ਲਾਗੇ ਚਾਗੇ ਨਕੋਦਰ ਦੇ ਵਿੱਚ। ਸੋ ਵੈਸਟਰਨ ਕਪੂਰਥਲੇ ਵਿੱਚ ਵੀ ਵੇਖਣ ਨੂੰ ਮਿਲਦੀ ਆ। ਸੋ ਇੱਥੇ ਸਾਡੀਆਂ ਸੋਇਲ ਹੋ ਸਕਦੀਆਂ, ਜਿਹੜੇ ਫੈਕਟ ਅਸੀਂ ਸਾਰੇ ਡਿਸਕਸ ਕਰ ਲਏ, ਜਿਹੜੇ ਕੁਐਸਚਨ ਬਣ ਸਕਦੇ ਸੀ। ਸੋ ਇਹ ਵੀਡੀਓ ਨੂੰ ਤੁਸੀਂ 1-2 ਵਾਰ ਜਦੋਂ ਦੇਖੋਗੇ ਤੁਹਾਨੂੰ ਜ਼ਰੂਰ ਕੋਈ ਨਾ ਕੋਈ ਸਿੱਖਣ ਨੂੰ ਮਿਲੇਗਾ। ਜੇ ਵੀਡੀਓ ਤੁਹਾਨੂੰ ਪਸੰਦ ਆਉਂਦੀ ਆ ਤੁਸੀਂ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰਨਾ ਆ। ਜੇ ਪਸੰਦ ਨਹੀਂ ਆਉਂਦੀ ਡਿਸਲਾਈਕ ਜ਼ਰੂਰ ਕਰਿਓ, ਕਮੈਂਟ ਕਰਿਓ ਅਤੇ ਦੱਸਿਓ ਵੀਡੀਓ ਕਿਵੇਂ ਦੀ ਲੱਗੀ ਅਤੇ ਕੀ ਗਲਤੀ ਸਾਡੇ ਕੋਲ ਵੀਡੀਓ ਦੇ ਵਿੱਚ ਹੋਈ। ਸੋ ਹੋਪ ਤੁਸੀਂ ਅੱਗੇ ਵੀ ਅਸੀਂ ਅਗਲਾ ਪਾਰਟ ਲੈ ਕੇ ਜਲਦੀ ਆਵਾਂਗੇ। ਸੋ ਡੈਟਸ ਆਲ।